सर, सबसे पहले तो मुझे बहुत खुशी हो रही है कि मुझे आपके साथ बात करने का एक ये शुभ अवसर मिला। मैं आपको बहुत बहुत धन्यवाद करता हूँ। और सर, जो मेरा मेन फील्ड है जिसमें मैंने काम किया है वो मेरा आईटी के अंदर है, टेक्नोलॉजी में। अच्छा, अपनी पढ़ाई पूरी करने के बाद हाँ आप जी नौकरी करना चाहेंगे या कोई स्टार्टअप वगैरह शुरू करेंगे? सर, मैं अपनी पढ़ाई कंप्लीट करने के बाद मैं चाहता हूँ कि मैं अपनी कंपनी के अंदर मैं और जो मेरे दोस्त हैं मैं उनको कोडिंग सिखाऊं। एंड साथ ही साथ मैं चाहता हूँ कि जो कई बड़े प्रोजेक्ट्स हैं, फेसबुक, गूगल, तो मैं भी उनकी तरह कुछ डेवलप करूँ और समाज की सेवा कर सकूँ। ਸਾਨੂੰ ਸਾਰਿਆਂ ਨੂੰ, ਮੇਰੀ ਫੈਮਿਲੀ ਨੂੰ ਬਹੁਤ ਵਧੀਆ ਲੱਗ ਰਿਹਾ ਸੀ। ਜਦੋਂ ਫਸਟ ਕਾਲ ਆਈ ਤਾਂ ਸਾਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਸੀ ਵੀ ਆਪਾਂ ਨੂੰ ਸਿਲੈਕਟ ਕੀਤਾ ਗਿਆ ਹੈ। ਐਂਡ ਈਵਨ ਮੇਰਾ ਲੱਕ ਕਹਿ ਲਓ ਜਾਂ ਕੁਝ ਵੀ ਕਹਿ ਲਓ, ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ। ਐਜ਼ ਅ ਪ੍ਰਾਈਮ ਮਿਨਿਸਟਰ ਉਹ ਸਾਡੇ ਦੇਸ਼ ਦੇ ਹੈਗੇ ਆ ਕਿ ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ। ਐਂਡ ਉਹਨਾਂ ਨਾਲ ਮੈਂ ਆਪਣੇ ਆਈਡੀਆ ਸ਼ੇਅਰ ਕੀਤੇ। ਉਹਨਾਂ ਨੇ ਪੁੱਛਿਆ ਵੀ ਤੁਸੀਂ ਆਪਣੇ ਬਾਰੇ ਦੱਸੋ, ਤੁਹਾਡੇ ਜਿਹੜੇ ਨਾਲ ਹਜੇ ਲੋਕ ਮੌਜੂਦ ਆ ਉਹਨਾਂ ਬਾਰੇ ਦੱਸੋ। ਤਾਂ ਮੈਂ ਉਹਨਾਂ ਨੂੰ ਸਾਰਾ ਦੱਸਿਆ ਆਪਣਾ। ਐਂਡ ਉਹਨਾਂ ਨੇ ਮੇਰੇ ਫਿਊਚਰ ਪਲਾਨਸ ਪੁੱਛੇ ਵੀ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਚਾਹੁੰਦੇ ਹੋ, ਸਟਾਰਟਅਪ ਜਾਂ ਹੋਰ ਕੁਝ। ਮੈਂ 5 ਸਾਲ ਦੀ ਏਜ ਦੇ ਵਿੱਚ ਪ੍ਰੋਗਰਾਮਿੰਗ ਸ਼ੁਰੂ ਕਰਤੀ ਸੀ। ਐਂਡ ਮੈਨੇ ਕਈ ਅਚੀਵਮੈਂਟਸ ਮਿਲੀਆਂ, ਮੈਨੂੰ ਕਈ ਰਿਕਾਰਡਸ ਹੈ। ਜਿੱਦਾਂ 9 ਸਾਲ ਦੀ ਉਮਰ 'ਚ ਇੰਡੀਆ ਬੁੱਕ ਆਫ ਰਿਕਾਰਡਸ, ਵਰਲਡ ਰਿਕਾਰਡਸ ਇੰਡੀਆ। ਦੈਨ ਮੈਨੂੰ ਇਨਵਾਈਟ ਕੀਤਾ ਗਿਆ ਯੂਰਪ 'ਚ, ਲੈਟਵੀਆ 'ਚ, ਉੱਥੇ ਕਾਨਫਰੰਸ ਦੇ ਵਿੱਚ। ਐਂਡ ਮੈਨੂੰ ਟਾਈਟਲ ਮਿਲਿਆ ਐਜ਼ ਅ ਯੰਗੈਸਟ ਐਂਟਰਪ੍ਰੇਨਿਓਰ। ਕਹਿੰਦੇ ਨੇ ਕੁਛ ਕਰਨ ਦੀ ਉਮਰ ਦੇਖੀ ਨਹੀਂ ਜਾਂਦੀ। ਕਹਿੰਦੇ ਨੇ ਕੁਛ ਵੱਡਾ ਕਰਨ ਲਈ ਉਮਰ ਮਾਇਨੇ ਨਹੀਂ ਰੱਖਦੀ, ਨਾ ਦਿਮਾਗ ਮਾਇਨੇ ਰੱਖਦਾ ਹੈ, ਨਾ ਕੋਈ ਹੋਰ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਦਿਖਾਇਆ ਜਾਵੇ ਉਹ ਮਾਇਨੇ ਰੱਖਦੀ ਹੈ। ਤਾਂ ਸਾਡੇ ਨਾਲ ਅੱਜ ਜੋ ਵਿਅਕਤੀ ਜੁੜੇ ਨੇ ਸਿਰਫ 11 ਸਾਲ ਦੇ ਨੇ, ਉਹਨਾਂ ਨੇ ਉਹ ਕੰਮ ਕਰ ਦਿੱਤਾ ਹੈ ਜੋ ਵੱਡੇ ਤੋਂ ਵੱਡਾ ਇਨਸਾਨ ਵੀ ਜਿਹੜਾ ਹੈ ਉਹ ਕਰਨ ਵਿੱਚ ਕਿੱਥੇ ਨਾ ਕਿੱਥੇ ਜਾ ਕੇ ਉਹ ਚੂਕ ਖਾ ਜਾਏਗਾ। ਤਾਂ ਸਾਡੇ ਨਾਲ ਮੈਦਾਨ 'ਚ ਜੁੜੇ ਹੋਏ ਨੇ। ਉਹਨਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, ਉਹਨਾਂ ਨੂੰ ਜਿਹੜਾ ਹੈ ਉਹ ਬਾਲ ਪੁਰਸਕਾਰ ਮਿਲਿਆ ਹੋਇਆ ਹੈ। ਕਾਫੀ ਲੰਬੇ ਸਮੇਂ ਤੋਂ ਕੋਡਿੰਗ ਕਰ ਰਹੇ ਨੇ, ਆਪਣੇ ਬਚਪਨ ਤੋਂ ਕੋਡਿੰਗ ਕਰ ਰਹੇ ਨੇ ਤੇ ਕਾਫੀ ਵਧੀਆ ਕੰਮ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਲਈ ਵੀ ਇੰਸਪਾਇਰ ਨੇ, ਕਿਉਂਕਿ ਸਾਨੂੰ ਵੀ ਇੰਸਪਾਇਰ ਕਰਦੇ ਨੇ, ਕਿਉਂਕਿ ਇਸ ਏਜ ਦੇ ਵਿੱਚ ਇੱਦਾਂ ਦੇ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਹੈ। ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਮਿਦਾਸ਼। ਥੈਂਕ ਯੂ ਵੈਰੀ ਮਚ। ਥੈਂਕ ਯੂ ਮਿਦਾਸ਼, ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਤੁਹਾਨੂੰ ਬਾਲ ਪੁਰਸਕਾਰ ਮਿਲਿਆ ਹੈ। ਜਦੋਂ ਬਾਲ ਪੁਰਸਕਾਰ ਮਿਲਿਆ ਉਦੋਂ ਕਿਹੋ ਜਿਹਾ ਫੀਲ ਹੋ ਰਿਹਾ ਸੀ, ਕਿਹੋ ਜਿਹਾ ਲੱਗ ਰਿਹਾ ਸੀਗਾ? ਸਾਨੂੰ ਸਾਰਿਆਂ ਨੂੰ, ਮੇਰੀ ਫੈਮਿਲੀ ਨੂੰ ਬਹੁਤ ਵਧੀਆ ਲੱਗ ਰਿਹਾ ਸੀ। ਜਦੋਂ ਫਸਟ ਕਾਲ ਆਈ ਤਾਂ ਸਾਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਸੀ ਵੀ ਆਪਾਂ ਨੂੰ ਸਿਲੈਕਟ ਕੀਤਾ ਗਿਆ ਹੈ। ਐਂਡ ਈਵਨ ਮੇਰਾ ਲੱਕ ਕਹਿ ਲਓ ਜਾਂ ਕੁਝ ਵੀ ਕਹਿ ਲਓ ਵੀ ਲੱਕੀਲੀ ਆਈ ਵਾਜ਼ ਸਿਲੈਕਟਡ। ਬੇਸਿਕਲੀ ਉਹਦੇ ਵਿੱਚ 1.5 ਲੱਖ ਟੋਟਲ ਐਪਲੀਕੇਸ਼ਨਸ ਆਈਆਂ ਅਤੇ ਉਹਦੇ ਵਿੱਚੋਂ 623 ਬੱਚੇ ਸ਼ਾਰਟਲਿਸਟ ਹੋਏ। ਦੈਨ 29 ਬੱਚੇ ਫਾਈਨਲ ਹੋਏ ਜਿਨ੍ਹਾਂ ਨੂੰ ਸਰਟੀਫਿਕੇਟ ਮਿਲੂਗਾ। ਅਤੇ ਦੈਨ ਉਸ ਤੋਂ ਬਾਅਦ 29 'ਚ 6 ਬੱਚੇ ਸਿਲੈਕਟ ਹੋਏ ਸੀ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨ ਲਈ, ਅਤੇ ਉਹਨਾਂ ਦੇ ਵਿੱਚੋਂ ਮੈਂ ਸੀਗਾ। ਸੋ ਆਈ ਐਮ ਫੀਲਿੰਗ ਵੈਰੀ ਪ੍ਰਾਊਡ ਐਂਡ ਲੱਕੀ। ਐਂਡ ਮੇਰੇ ਪੇਰੈਂਟਸ ਵੀ ਬਹੁਤ ਪ੍ਰਾਊਡ ਫੀਲ ਕਰਦੇ ਪਏ ਆ ਇਸ ਚੀਜ਼ ਦੇ ਲਈ। ਜਦੋਂ ਨਰਿੰਦਰ ਮੋਦੀ ਹੁਣਾਂ ਨਾਲ ਗੱਲਬਾਤ ਹੋ ਰਹੀ ਸੀ, ਕਿਹੋ ਜਿਹਾ ਲੱਗ ਰਿਹਾ ਸੀ? ਕੀ ਗੱਲਬਾਤਾਂ ਕੀਤੀਆਂ? ਕੀ ਗੱਲ ਤੁਸੀਂ ਉਹਨਾਂ ਨੂੰ ਕਹੀ ਅਤੇ ਕੀ ਉਹਨਾਂ ਨੇ ਕਿਹਾ, ਉਸ ਬਾਰੇ ਜ਼ਰੂਰ ਦੱਸੋ। ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ। ਐਜ਼ ਅ ਪ੍ਰਾਈਮ ਮਿਨਿਸਟਰ ਉਹ ਸਾਡੇ ਦੇਸ਼ ਦੇ ਹੈਗੇ ਆ ਕਿ ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ। ਐਂਡ ਉਹਨਾਂ ਨਾਲ ਮੈਂ ਆਪਣੇ ਆਈਡੀਆ ਸ਼ੇਅਰ ਕੀਤੇ। ਉਹਨਾਂ ਨੇ ਪੁੱਛਿਆ ਵੀ ਤੁਸੀਂ ਆਪਣੇ ਬਾਰੇ ਦੱਸੋ, ਤੁਹਾਡੇ ਜਿਹੜੇ ਨਾਲ ਹਜੇ ਲੋਕ ਮੌਜੂਦ ਆ ਉਹਨਾਂ ਬਾਰੇ ਦੱਸੋ। ਤਾਂ ਮੈਂ ਉਹਨਾਂ ਨੂੰ ਸਾਰਾ ਦੱਸਿਆ ਆਪਣਾ। ਐਂਡ ਉਹਨਾਂ ਨੇ ਮੇਰੇ ਫਿਊਚਰ ਪਲਾਨਸ ਪੁੱਛੇ ਵੀ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਚਾਹੁੰਦੇ ਹੋ, ਸਟਾਰਟਅਪ ਜਾਂ ਹੋਰ ਕੁਝ। ਤਾਂ ਫਿਰ ਉਹਨਾਂ ਨੂੰ ਮੈਂ ਉਸ ਦੇ ਬਾਰੇ ਦੱਸਿਆ ਵੀ ਮੇਰੇ ਫਿਊਚਰ ਪਲਾਨਸ ਕੀ ਨੇ। ਅਤੇ ਉਹਨਾਂ ਨਾਲ ਬਹੁਤ ਵਧੀਆ ਕਨਵਰਸੇਸ਼ਨ ਹੋਈ ਮੇਰੀ। 4-5 ਮਿੰਟ ਆਪਾਂ ਗੱਲਾਂ ਬਾਤਾਂ ਕੀਤੀਆਂ ਐਂਡ ਇਟ ਵਾਜ਼ ਵੈਰੀ ਨਾਈਸ ਕਨਵਰਸੇਸ਼ਨ ਓਵਰ ਦੇਅਰ। ਤੁਸੀਂ ਇੱਕ ਵੈਬਸਾਈਟ ਵੀ ਡਿਜ਼ਾਈਨ ਕੀਤੀ ਹੈ, ਕਾਫੀ ਚੀਜ਼ਾਂ ਕਰ ਰਹੇ ਹੋ, ਤਾਂ ਉਸ ਬਾਰੇ ਜ਼ਰੂਰ ਦੱਸੋ। ਸਟਾਰਟਿੰਗ ਤੋਂ ਕੀ ਤੁਹਾਡਾ ਪ੍ਰੋਗਰਾਮਿੰਗ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ ਉਸ ਥਰੂ?
ਮੈਂ 5 ਸਾਲ ਦੀ ਏਜ ਦੇ ਵਿੱਚ ਪ੍ਰੋਗਰਾਮਿੰਗ ਸ਼ੁਰੂ ਕਰਤੀ ਸੀ ਐਂਡ ਮੈਨੇ ਕਈ ਅਚੀਵਮੈਂਟਸ ਮਿਲੀਆਂ ਮੈਨੂੰ, ਕਈ ਰਿਕਾਰਡਸ ਹੈ, ਜਿੱਦਾਂ 9 ਸਾਲ ਦੀ ਉਮਰ 'ਚ ਇੰਡੀਆ ਬੁੱਕ ਆਫ ਰਿਕਾਰਡਸ, ਵਰਲਡ ਰਿਕਾਰਡਸ ਇੰਡੀਆ। ਦੈਨ ਮੈਨੂੰ ਇਨਵਾਈਟ ਕੀਤਾ ਗਿਆ ਯੂਰਪ 'ਚ, ਲੈਟਵੀਆ 'ਚ, ਉੱਥੇ ਕਾਨਫਰੰਸ ਦੇ ਵਿੱਚ, ਐਂਡ ਮੈਨੂੰ ਟਾਈਟਲ ਮਿਲਿਆ ਐਜ਼ ਅ ਯੰਗੈਸਟ ਐਂਟਰਪ੍ਰੇਨਿਓਰ। ਅਤੇ ਉਹ ਵੀ ਮੇਰੇ ਲਈ ਬਹੁਤ ਵਧੀਆ ਇੱਕ ਖੁਸ਼ੀ ਦਾ ਮੂਮੈਂਟ ਸੀ। ਐਂਡ ਉਸ ਤੋਂ ਬਾਅਦ ਮੈਂ ਕਰੋਨਾ ਟਾਈਮ ਦੇ ਵਿੱਚ ਵੀ ਕਾਫੀ ਕੰਮ ਕੀਤਾ, ਕਈ ਪੋਰਟਲਸ ਬਣਾਏ, coronafreeworld.com ਵਿਦ ਹੈਲਪਲਾਈਨ ਨੰਬਰ ਲੋਕਾਂ ਲਈ, ਜਿਹੜਾ ਬਹੁਤ ਹੈਲਪਫੁਲ ਸੀਗਾ ਡਾਕਟਰ ਦੇ ਨਾਲ ਕਨੈਕਟੀਵਿਟੀ ਕਰਨ ਲਈ। ਐਂਡ missionfateh.com ਬਣਾਇਆ ਮੈਂ ਪੰਜਾਬ ਸਰਕਾਰ ਦੇ ਨਾਲ। ਦੈਨ ਮੈਂ stayalertstaysafe.in ਬਣਾਇਆ। ਇੱਦਾਂ ਕਈ ਪ੍ਰੋਜੈਕਟਸ ਬਣਾਏ ਜਿਹਦੇ ਕਰਕੇ ਮੈਨੂੰ ਡੇ ਬਿਫੋਰ ਯੈਸਟਰਡੇ ਮੈਨੂੰ ਬਾਲ ਪੁਰਸਕਾਰ ਮਿਲਿਆ। ਜਦੋਂ ਤੁਸੀਂ ਇਹ ਸਾਰਾ ਕੁਝ ਬਣਾ ਰਹੇ ਸੀਗੇ, ਬਣਾਉਣ ਤੋਂ ਬਾਅਦ ਚਲੋ ਤੁਹਾਨੂੰ ਕਾਲਸ ਆਈਆਂ, ਲੋਕ ਤੁਹਾਨੂੰ ਮਤਲਬ ਜਾਣਨਾ ਸ਼ੁਰੂ ਕਰ ਰਹੇ ਹੋਣਗੇ, ਤੁਹਾਡੇ ਵੈਬਸਾਈਟ 'ਤੇ ਆਉਣ ਲੱਗ ਪਏ ਹੋਣਗੇ, ਕਿਹੋ ਜਿਹਾ ਤੁਹਾਨੂੰ ਲੱਗ ਰਿਹਾ ਸੀ ਜਦ ਲੋਕਾਂ ਦੀ ਕਹਿ ਲਓ ਇੱਕ ਲਾਈਨ ਜਿਹੜੀ ਲੱਗਣ ਲੱਗ ਪੈਂਦੀ ਸੀ, ਕਿਹੋ ਜਿਹਾ ਲੱਗ ਰਿਹਾ ਸੀ ਉਸ ਨੂੰ? ਬੜੀ ਖੁਸ਼ੀ ਮਿਲ ਰਹੀ ਸੀ ਵੀ ਲੋਕਾਂ ਨੂੰ ਮੈਂ ਕੋਈ ਚੀਜ਼ ਡਿਵੈਲਪ ਕੀਤੀ ਅਤੇ ਉਸ ਦਾ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਹੈ, ਕਿ ਹੈਲਪਲਾਈਨ ਦੇ ਲੋਕ ਕਾਲ ਕਰ ਰਹੇ ਆ, ਉਹਨਾਂ ਨੂੰ ਮਦਦ ਮਿਲ ਰਹੀ ਹੈ ਡਾਕਟਰਸ ਤੋਂ। ਅਤੇ ਮੈਂ ਡਾਕਟਰਸ ਦਾ ਵੀ ਥੈਂਕਸ ਕਰੂੰਗਾ ਜਿਹੜੇ ਸਾਡੇ ਨਾਲ ਆਲ ਓਵਰ ਇੰਡੀਆ ਤੋਂ ਕਨੈਕਟ ਹੋਏ। ਐਂਡ ਆਈ ਐਮ ਫੀਲਿੰਗ ਵੈਰੀ ਗੁੱਡ ਕਿ ਲੋਕਾਂ ਨੂੰ ਹੈਲਪ ਮਿਲੀ ਉਹਦੇ ਨਾਲ। ਅਤੇ ਅਫਕੋਰਸ ਲੋਕ ਸਾਡੇ ਨਾਲ ਜੁੜੇ ਵੀ, ਅਤੇ ਉਹਨਾਂ ਨੇ ਸਾਡੇ ਨਾਲ ਵੀ ਉਹਨਾਂ ਨੇ ਸਾਨੂੰ ਵੀ ਥੈਂਕਸ ਕੀਤਾ, ਉਹਦੇ ਲਈ ਐਪਰੀਸ਼ੀਏਟ ਕੀਤਾ ਸਾਨੂੰ। ਜਦੋਂ ਤੁਸੀਂ ਵੈਬਸਾਈਟ ਬਣਾਈ ਸੀਗੀ, ਵੈਬਸਾਈਟ ਸਟਾਰਟਿੰਗ ਵਿੱਚ ਜਦੋਂ ਤੁਸੀਂ ਕਰ ਰਹੇ ਸੀ, ਕਿਸੇ ਨੇ ਹੈਲਪ ਕੀਤੀ ਤੁਹਾਡੀ? ਕਿਹੋ ਜਿਹਾ ਤੁਸੀਂ ਕਦੋਂ ਜਿੱਦਾਂ ਡਿਜ਼ਾਈਨ ਕਰ ਰਹੇ ਸੀ, ਕੀ ਸੋਚ ਰਹੇ ਸੀਗੇ ਕਿ ਕਿਸ ਚੀਜ਼ ਨੂੰ ਲੈ ਕੇ ਅਸੀਂ ਡਿਜ਼ਾਈਨ ਕਰ ਰਹੇ ਹਾਂ ਔਰ ਕੀ ਸਾਨੂੰ ਚਾਹੀਦਾ? ਮੇਰੇ ਪੇਰੈਂਟਸ ਨੇ ਮੇਰੀ ਬਹੁਤ ਸਪੋਰਟ ਕੀਤੀ ਵੀ, ਜਿੱਦਾਂ ਹੁਣ ਕਰੋਨਾ ਦੇ ਵਿੱਚ ਸਾਡੇ ਕੋਲ ਬਹੁਤ ਟਾਈਮ ਸੀ ਬੱਚਿਆਂ ਕੋਲ, ਐਂਡ ਆਪਾਂ ਉਸ ਦੇ ਵਿੱਚ ਫਿਰ ਮੈਂ ਸੋਚਿਆ ਵੀ ਲੈਟਸ ਡੂ ਸਮਥਿੰਗ ਫॉर ਸੋਸਾਇਟੀ, ਕਿਉਂਕਿ ਬਹੁਤ ਪੈਨਿਕ ਸਿਚੁਏਸ਼ਨ ਕ੍ਰੀਏਟ ਹੋ ਰਹੀ ਸੀ। ਅਤੇ ਮੈਂ ਸੋਚਿਆ ਕਿ ਲੋਕਾਂ ਲਈ ਕੋਈ ਹੈਲਪ ਹੋ ਸਕਦੀ ਹੈ ਵੀ ਆਪਾਂ ਜੇ ਕਰੋਨਾ ਦੀ ਅਵੇਅਰਨੈਸ ਕਰੀਏ। ਅਤੇ ਉਹਦੇ ਨਾਲ ਮੇਰੇ ਪੇਰੈਂਟਸ ਨੇ ਵੀ ਸਪੋਰਟ ਕੀਤਾ, ਬਿਕੋਜ਼ ਉਹ ਵੀ IT ਬੈਕਗਰਾਊਂਡ ਤੋਂ ਹੈ, ਮੇਰੇ ਪੇਰੈਂਟਸ IT ਪ੍ਰੋਫੈਸ਼ਨਲਸ ਹੈ, ਅਤੇ ਉਹਨਾਂ ਨੇ ਮੈਨੂੰ ਕੋਡਿੰਗ ਸਿਖਾਈ ਅਤੇ ਉਹਨਾਂ ਤੋਂ ਹੀ ਮੈਂ ਇੰਸਪਾਇਰ ਹੋਇਆ ਇਹ ਸਾਰੀ ਚੀਜ਼ਾਂ ਕਰਨ ਲਈ। ਕਿੰਨੀ ਕੁ ਉਮਰ 'ਚ ਤੁਸੀਂ ਕੋਡਿੰਗ ਕਰਨਾ ਸ਼ੁਰੂ ਕਰਦੇ? ਮੈਂ 5 ਇਅਰਸ ਦੀ ਏਜ। ਅਤੇ 5 ਸਾਲ ਦੀ ਉਮਰ ਦੇ ਵਿੱਚ ਕੋਡਿੰਗ ਤੁਸੀਂ ਕਰਨੀ ਸ਼ੁਰੂ ਕਰ ਦਿੱਤੀ ਸੀਗੀ, ਅਤੇ ਹੁਣ ਕਿੰਨੀ ਕੁ ਮੁਹਾਰਤ ਹਾਸਲ ਹੋ ਗਈ ਹੈ, ਕੀ ਲੱਗਦਾ ਹੈ? ਮੈਂ 5 ਸਾਲ ਦੀ ਉਮਰ ਦੇ ਵਿੱਚ ਮੈਂ ਇੰਟਰਸਟ ਲੈਣਾ ਸ਼ੁਰੂ ਕਰਤਾ ਸੀ, ਕਿਉਂਕਿ ਮੈਨੂੰ ਬਹੁਤ ਸ਼ੌਂਕ ਸੀਗਾ ਕੋਡਿੰਗ ਕਰਨ ਦਾ, ਪੈਸ਼ਨ ਸੀਗਾ, ਅਤੇ ਮੈਂ ਕਈ ਅਚੀਵਮੈਂਟਸ ਲੈ ਲਈਆਂ, ਜਿੱਦਾਂ ਤੁਹਾਨੂੰ ਦੱਸਿਆ। ਆਈ ਐਮ ਫੀਲਿੰਗ ਵੈਰੀ ਗੁੱਡ ਨਾਓ। ਜਦੋਂ ਤੁਸੀਂ ਕੋਡਿੰਗ ਕਰਦੇ ਸੀਗੇ ਉਦੋਂ ਕੌਣ ਤੁਹਾਡੀ ਹੈਲਪ ਕਰਦਾ ਸੀ? ਕਿਉਂਕਿ ਸਟਾਰਟਿੰਗ ਦੇ ਵਿੱਚ ਕੋਡਿੰਗ ਮਤਲਬ ਅਚਾਨਕ ਹੀ ਨਹੀਂ ਆਉਂਦੀ ਹੈ, ਸਟਾਰਟਿੰਗ ਵਿੱਚ ਤੁਹਾਨੂੰ ਦੱਸਣਾ ਪੈਂਦਾ ਹੈ, ਦੱਸਦੇ ਨੇ ਲੋਕ, ਕਿਉਂਕਿ ਇੱਕ ਟੀਚਰ ਬਹੁਤ ਮਹੱਤਵਪੂਰਨ ਰੱਖਦਾ ਹੈ। ਉਹ ਟੀਚਰ ਕੌਣ? ਮੇਰੇ ਗੁਰੂ ਮੇਰੇ ਪੇਰੈਂਟਸ ਹੀ ਸੀਗੇ, ਅਤੇ ਉਹਨਾਂ ਨੇ ਮੈਨੂੰ ਸਮਝਾਇਆ, ਮੈਨੂੰ ਐਕਸਪਲੋਰ ਕੀਤਾ, ਕਿਉਂਕਿ ਉਹਨਾਂ ਨੂੰ ਲੱਗਿਆ ਵੀ ਮੈਂ ਇੰਟਰਸਟ ਲੈ ਰਿਹਾ, ਅਤੇ ਉਹਨਾਂ ਨੇ ਥੋੜ੍ਹਾ ਸਿਖਾਉਣਾ ਸ਼ੁਰੂ ਕੀਤਾ, ਤਾਂ ਮੈਂ ਉਹਨੂੰ ਗ੍ਰੈਸਪ ਕੀਤਾ, ਅਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਫਿਰ ਮੈਨੂੰ ਹੋਰ ਚੀਜ਼ਾਂ ਸਿਖਾਈਆਂ। ਸਕੂਲ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਹੈ ਜਦੋਂ ਇੱਕ ਬੱਚਾ 5 ਸਾਲ ਦਾ ਹੋਵੇ ਅਤੇ ਕੋਡਿੰਗ ਸਿੱਖਦਾ ਹੈ, ਕੋਡਿੰਗ ਆਉਂਦੀ ਹੈ, ਉਸਨੂੰ ਕਾਫੀ ਮੁਹਾਰਤ ਹਾਸਲ ਕਰਦਾ ਹੈ? ਹੁਣ ਤੁਸੀਂ 11 ਸਾਲ ਦੇ ਹੋ, ਕਾਫੀ ਮੁਹਾਰਤ ਹਾਸਲ ਕੀਤੀ ਹੈ। ਸਕੂਲ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ? ਸਕੂਲ ਦੇ ਵਿੱਚ ਵੀ ਮੇਰੇ ਟੀਚਰਸ ਬਹੁਤ ਪ੍ਰਾਊਡ ਫੀਲ ਕਰ ਰਹੇ ਆ, ਮੇਰੇ ਫਰੈਂਡਸ ਮੈਨੂੰ ਐਪਰੀਸ਼ੀਏਟ ਕਰਦੇ ਆ, ਮੋਟੀਵੇਟ ਕਰਦੇ ਆ, ਅਤੇ ਈਵਨ ਅੱਜ ਮੈਨੂੰ ਸਕੂਲ ਤੋਂ ਵੀ ਮੈਨੂੰ ਐਪਰੀਸ਼ੀਏਸ਼ਨ ਮਿਲੀ, ਐਂਡ ਉਹਨਾਂ ਨੇ ਵੀ ਮੈਨੂੰ ਕਾਫੀ ਮੋਟੀਵੇਟ ਕੀਤਾ ਵੀ ਮੈਂ ਫਰਦਰ ਇੱਦਾਂ ਹੀ ਕੰਮ ਕਰਦਾ ਰਹਾਂ ਸੋਸਾਇਟੀ ਦੇ ਲਈ, ਅਤੇ ਆਈ ਐਮ ਵੈਰੀ ਥੈਂਕਫੁਲ ਟੂ ਐਵਰੀਵਨ। ਇੱਕ ਕਹਿੰਦੇ ਆ ਨਾ, ਜਦੋਂ ਕੋਈ ਮੁਹਾਰਤ ਹਾਸਿਲ ਹੋ ਜਾਂਦੀ ਹੈ ਤਾਂ ਇੱਕ ਟੌਰ ਜੀ ਬਣ ਜਾਂਦੀ ਹੈ ਸਕੂਲ ਦੇ ਵਿੱਚ। ਜਿੱਦਾਂ ਕਹਿ ਲਓ ਸਕੂਲ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋਵੋਗੇ ਤਾਂ ਤੁਹਾਡੇ ਮਤਲਬ ਕਹਿ ਲਓ ਇੱਕ ਦੋਸਤ, ਇੱਕ ਕਹਿ ਲਓ ਇੱਕ ਸਰਕਲ ਜਿਹਾ ਹੁੰਦਾ ਹੈ, ਸਰਕਲ ਦੇ ਵਿੱਚ ਰਿਸਪੈਕਟ ਵੱਧ ਜਾਂਦੀ ਹੈ, ਕਾਲਰ ਉੱਤੇ ਹੋ ਜਾਂਦੇ ਨੇ। ਕਦੀ ਇੱਦਾਂ ਦਾ ਹੋਇਆ? ਇੱਦਾਂ ਤਾਂ ਸਾਰਿਆਂ ਨਾਲ ਹੀ ਹੁੰਦਾ ਹੈ, ਬਟ ਇੱਕ ਚੀਜ਼ ਹੈ ਵੀ ਮੈਂ ਹਮੇਸ਼ਾ ਇਹ ਸਮਝਦਾ ਹਾਂ ਵੀ ਸਾਨੂੰ ਆਪਣੀ ਧਰਤੀ ਦੇ ਨਾਲ ਜੁੜੇ ਰਹਿਣਾ ਚਾਹੀਦਾ। ਸਾਨੂੰ ਜੇ ਕੋਈ ਵੱਡੀ ਆਪਾਂ ਕੁਛ ਹਾਸਿਲ ਕਰ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਬਸ ਹੁਣ ਅਲੱਗ ਹੀ ਹੋ ਜਾਈਏ ਸਾਰਿਆਂ ਨਾਲੋਂ। ਸਾਨੂੰ ਆਪਣੇ ਰੂਟਸ ਦੇ ਨਾਲ ਜੁੜੇ ਰਹਿਣਾ ਚਾਹੀਦਾ। ਆਪਾਂ ਕਿੱਥੋਂ ਆਏ ਹਾਂ, ਕਿੱਥੋਂ ਬਿਲੋਂਗ ਕਰਦੇ ਹਾਂ, ਉਹ ਸਾਨੂੰ ਯਾਦ ਰੱਖਣਾ ਚਾਹੀਦਾ ਹਮੇਸ਼ਾ। ਹੋਰ ਕੀ ਤੁਸੀਂ ਪ੍ਰੋਗਰਾਮ ਡਿਜ਼ਾਈਨ ਕਰ ਰਹੇ ਹੋ? ਕਿਹੜੀਆਂ ਵੈਬਸਾਈਟ ਡਿਜ਼ਾਈਨ ਕਰ ਰਹੇ ਹੋ ਜੋ ਲੋਕਾਂ ਲਈ ਕੰਮ ਹੈ? ਹਲੇ ਮੈਂ 2 ਪ੍ਰੋਜੈਕਟਸ 'ਤੇ ਆਪਣੇ ਕੰਮ ਕਰ ਰਿਹਾ। ਫਸਟਲੀ ਮੈਂ ਮਿਸ਼ਨ ਆਤਮ ਨਿਰਭਰ 'ਤੇ ਕੰਮ ਕਰ ਰਿਹਾ। ਉਹਦੀ ਪ੍ਰੇਰਨਾ ਵੀ ਆਪਣੇ ਪ੍ਰਧਾਨ ਮੰਤਰੀ ਜੀ ਨੇ, ਅਤੇ ਉਹਦੇ ਵਿੱਚ ਮੈਂ ਚਾਹੁੰਦਾ ਵੀ ਜਿੰਨੇ ਵੀ ਬੱਚੇ ਹੈ ਉਹਨਾਂ ਨੂੰ ਮੈਂ ਆਤਮ ਨਿਰਭਰ ਬਣਾਵਾਂ। ਕੋਡਿੰਗ ਦੇ ਥਰੂ ਵੀ ਮੈਂ ਉਹਨਾਂ ਨੂੰ ਡਿਜੀਟਲੀ ਕੋਡਿੰਗ ਸਿਖਾਵਾਂ, ਅਤੇ ਉਸ ਦੇ ਥਰੂ ਉਹ ਅੱਗੇ ਕੰਮ ਕਰ ਸਕਣ। ਮੈਂ ਉਹਨਾਂ ਨੂੰ ਸਕਿੱਲਸ ਡਿਲੀਵਰ ਕਰਾਂ ਆਪਣੇ। ਐਂਡ ਮੈਂ ਆਪਣਾ ਮਿਸ਼ਨ ਖੁਸ਼ਹਾਲ ਪੰਜਾਬ ਚਲਾ ਰਿਹਾ, ਜਿਹਦੇ ਵਿੱਚ ਮੈਂ ਪੂਰਾ ਪੰਜਾਬ ਭ੍ਰਮਣ ਕਰ ਰਿਹਾ, ਐਂਡ ਲੋਕਾਂ ਨੂੰ ਜਾ ਕੇ ਮਿਲ ਰਿਹਾ, ਉਹਨਾਂ ਦੇ ਵਿਊਜ਼ ਲੈ ਰਿਹਾ ਵੋਟਿੰਗ ਦੇ ਲਈ ਕਿ ਸਾਨੂੰ ਵੋਟ ਕਰਨਾ ਚਾਹੀਦਾ। ਐਂਡ ਆਈ ਐਮ ਅਵੇਅਰਨੈਸ ਵੀਡੀਓਜ਼ ਵੀ ਮੈਂ ਬਣਾ ਰਿਹਾ ਨਾਲ। ਤੁਸੀਂ ਗੱਲ ਕਰ ਰਹੇ ਹੋ ਕਿ
ਬੱਚਿਆਂ ਨੂੰ ਆਪਣੇ ਸਟੈਂਡ ਉੱਤੇ ਖੜਾ ਕਰਨਾ ਹੈ, ਕਿਵੇਂ ਸਟੈਂਡ ਉੱਤੇ ਖੜਾ ਹੋਊਂਗੇ? ਤੇ ਕਾਫੀ ਜਦੋਂ ਤੁਸੀਂ ਵੈਬਸਾਈਟ ਬਣਾਈ ਤੇ ਕਿੰਨੇ ਕੁ ਲੋਕ ਜਿਹੜੇ ਆ ਜੁੜਨੇ ਸ਼ੁਰੂ ਕੀਤੇ, ਕਿਉਂਕਿ ਕੋਵਿਡ ਦਾ ਦੌਰ ਹੈ, ਆਨਲਾਈਨ ਲੋਕ ਜੁੜ ਰਹੇ। ਆਨਲਾਈਨ ਤਾਂ ਲੋਕੀ ਕਲਾਸ ਵੀ ਨਹੀਂ ਲਾਉਂਦੇ, ਪਰ ਤੁਹਾਡੇ ਨਾਲ ਜੁੜ ਰਹੇ ਆ। ਕਿੰਨੇ ਜੁੜ ਰਹੇ ਨੇ, ਕਿੰਨਾ ਕੁ ਤੁਹਾਨੂੰ ਕਹਿ ਲਓ ਫੀਡਬੈਕ ਮਿਲ ਰਿਹਾ, ਕਿਹੋ ਜਿਹਾ, ਉਸ ਬਾਰੇ ਪਹਿਲਾਂ ਦੱਸੋ। ਬੱਚੇ ਸੈਲਫ ਰਿਲਾਇੰਟ ਇਸ ਤਰੀਕੇ ਨਾਲ ਬਣ ਸਕਦੇ ਆ ਵੀ ਜਿੱਦਾਂ ਮੈਂ ਹੁਣ ਆਪਣੀ ਕੰਪਨੀ ਚਲਾ ਰਿਹਾ ਅੰਤਪ ਕੋਡਰ ਪ੍ਰਾਈਵੇਟ ਲਿਮਟਿਡ, ਤਾਂ ਜੇ ਮੈਂ ਚਲਾ ਸਕਦਾ ਤਾਂ ਹੋਰ ਵੀ ਬੱਚੇ ਆ ਉਹ ਵੀ ਆਪਣੀ ਕੰਪਨੀ ਖੋਲ੍ਹ ਸਕਦੇ ਆ, ਉਹ ਵੀ ਕੰਮ ਕਰ ਸਕਦੇ ਆ, ਕਿਉਂਕਿ ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ, ਸਾਰਿਆਂ ਨੂੰ ਕੋਈ ਨਾ ਕੋਈ ਟੈਲੈਂਟ ਦਿੱਤਾ ਹੈ, ਅਤੇ ਜੇ ਉਹ ਟੈਲੈਂਟ ਸਾਨੂੰ ਪਤਾ ਚੱਲ ਜੇ ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ ਆਪਣੀ ਲਾਈਫ ਦੇ ਵਿੱਚ। ਅਤੇ ਮੈਨੂੰ ਪ੍ਰੋਜੈਕਟਸ ਨਾਲ ਮੇਰੇ ਨਾਲ ਬਹੁਤ ਲੋਕ ਜੁੜ ਰਹੇ ਆ ਅਤੇ ਉਹ ਮੈਨੂੰ ਫੀਡਬੈਕ ਵੀ ਦੇ ਰਹੇ ਆ ਵੀ ਹਾਂਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਮੋਟੀਵੇਟ ਕਰ ਰਹੇ ਆ। ਐਂਡ ਥਰੂ ਆਊਟ ਦਾ ਇੰਡੀਆ ਕਰੋਨਾ ਪੈਂਡੇਮਿਕ ਦੇ ਵਿੱਚ ਵੀ ਸਾਡੇ ਨਾਲ ਲੋਕ ਜੁੜੇ, ਕੋਈ ਝਾਰਖੰਡ ਤੋਂ ਹੈ, ਕੋਈ ਪੰਜਾਬ ਤੋਂ ਹੀ ਹੈ, ਕੋਈ ਸਾਊਥ ਸਾਈਡ ਤੋਂ ਹੈ, ਕੋਈ ਹੋਰ ਕਿਤੋਂ ਹੈ, ਤਾਂ ਮਤਲਬ ਇਟ ਵਾਜ਼ ਵੈਰੀ ਮਚ ਪੀਪਲ। ਆਨਲਾਈਨ ਕੋਡਿੰਗ ਸਿਖਾ ਰਹੇ ਹੋ, ਲੋਕ ਇੰਟਰਸਟ ਲੈ ਰਹੇ ਨੇ, ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਜਦੋਂ ਤੁਸੀਂ ਆਨਲਾਈਨ ਕੋਡਿੰਗ ਸਿਖਾ ਰਹੇ ਹੁੰਦੇ ਹੋ? ਤਾਂ ਲੋਕਾਂ ਦਾ ਕੀ ਮਤਲਬ ਜਿਹੜੇ ਤੁਹਾਡੇ ਤੋਂ ਸਿੱਖ ਰਹੇ ਆ, ਕਿ ਤੁਹਾਡੀ ਏਜ ਦੇ ਨੇ ਜਾਂ ਤੁਹਾਡੇ ਤੋਂ ਉੱਤੇ ਦੇ ਏਜ ਦੇ ਵੀ ਆ, ਜਾਂ ਫਿਰ ਹੋਰ ਯੰਗਰ ਨੇ ਜਾਂ ਫਿਰ ਓਲਡਰ ਨੇ, ਕਿਹੋ ਜਿਹੇ ਲੋਕ ਤੁਹਾਡੇ ਕੋਲ ਸਿੱਖ ਰਹੇ ਨੇ? ਮੇਰੇ ਏਜਮੇਟਸ ਹੀ ਨੇ ਸਾਰੇ, ਕੋਈ ਮੇਰੇ ਤੋਂ ਥੋੜ੍ਹਾ ਛੋਟਾ ਹੈ, ਕੋਈ ਵੱਡਾ ਹੈ, ਅਤੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਬਿਕੋਜ਼ ਮੈਂ ਇਹ ਸਮਝਦਾ ਵੀ ਜਦੋਂ ਇੱਕ ਵੱਡਾ ਬੱਚੇ ਨੂੰ ਪੜ੍ਹਾ ਰਿਹਾ ਹੁੰਦਾ ਹੈ ਤਾਂ ਸ਼ਾਇਦ ਉਹ ਕਿਤੇ ਨਾ ਕਿਤੇ ਬੱਚਾ ਖੁੱਲ੍ਹ ਕੇ ਨਹੀਂ ਗੱਲ ਕਰਦਾ, ਬਟ ਜਦੋਂ ਆਪਸ 'ਚ ਫਰੈਂਡਸ ਹੀ ਇੱਕ ਤਰ੍ਹਾਂ ਗੱਲ ਕਰ ਰਹੇ ਆ, ਬੱਚਾ ਬੱਚੇ ਨਾਲ ਗੱਲ ਕਰ ਰਿਹਾ ਤਾਂ ਖੁੱਲ੍ਹ ਕੇ ਗੱਲ ਕਰਦੇ ਆ, ਆਪਣੇ ਡਾਊਟਸ ਨੂੰ ਕਲੀਅਰ ਕਰਦੇ ਆ, ਅਤੇ ਜਿਹੜਾ ਉਹਨਾਂ ਦਾ ਇੱਕ ਚਾਈਲਡ ਮਾਈਂਡਸੈਟ ਹੁੰਦਾ ਉਹਦੇ ਨਾਲ ਉਹ ਗੱਲਬਾਤ ਕਰ ਸਕਦੇ। ਇਸ ਲਈ ਮੈਂ ਆਪਣੀ ਕੰਪਨੀ ਸ਼ੁਰੂ ਕੀਤੀ ਅਤੇ ਮੈਂ ਬੱਚਿਆਂ ਨੂੰ ਸਿਖਾ ਰਿਹਾ ਕੋਡਿੰਗ। ਕਿਹੋ ਜਿਹੀ ਗੱਲਬਾਤ ਹੁੰਦੀ ਹੈ? ਉਹਦੇ ਵਿੱਚ ਕਈ ਮਤਲਬ ਡਾਊਟਸ ਵਗੈਰਾ ਹੁੰਦੇ ਆ ਐਂਡ ਆਪਾਂ ਉਹਦੇ ਵਿੱਚ ਫਨ ਵੀ ਕਰਦੇ ਹਾਂ ਕਿ ਹੁਣ ਕੋਡਿੰਗ ਇਜ਼ ਅ ਫਨ ਥਿੰਗ, ਕਿ ਜੇ ਤੁਹਾਨੂੰ ਉਹ ਸਿੱਖ ਜਾਓ ਤੁਸੀਂ ਇੱਕ ਵਾਰ ਤਾਂ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਬਹੁਤ ਕੁਝ ਕਰ ਸਕਦੇ ਹੋ, ਬਹੁਤ ਨਵੀਂ ਚੀਜ਼ਾਂ ਬਣਾ ਸਕਦੇ ਹੋ। ਮਤਲਬ ਜਿਹੜੀ ਗੇਮ ਵੀ ਬਣਦੀ ਆ ਉਹ ਵੀ ਕੋਡਿੰਗ ਤੋਂ ਹੀ ਬਣਦੀ ਆ, ਤਾਂ ਫਨ ਕਰਨ ਲਈ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਉਹਦੇ ਵਿੱਚ। ਇੱਕ ਤੁਸੀਂ ਹੋਰ ਵੈਬਸਾਈਟ ਜਿਹੜੀ ਤੁਸੀਂ ਕਹਿ ਰਹੇ ਹੋ, ਦੂਸਰਾ ਤੁਹਾਡਾ ਜਿਹੜਾ ਮਿਸ਼ਨ ਹੈ ਕਿ ਲੋਕਾਂ ਨੂੰ ਵੋਟ ਪਾਉਣਾ, ਅਸੀਂ ਦੱਸਣਾ ਵਾ ਕਿਸ ਨੂੰ ਵੋਟ ਪਾਉਣਾ ਚਾਹੀਦਾ, ਕਿਵੇਂ ਵੋਟ ਪਾਉਣਾ ਚਾਹੀਦਾ, ਇਸ ਬਾਰੇ ਥੋੜ੍ਹਾ ਜਿਹਾ ਦੱਸੋ। ਚਰਚਾ ਦਾ ਵਿਸ਼ਾ ਵੀ ਹੈ ਕਿਉਂਕਿ ਇਸ ਸਮੇਂ ਵਿਧਾਨ ਸਭਾ ਦੀਆਂ ਚੋਣਾਂ ਨੇ, ਉਸ ਨੂੰ ਲੈ ਕੇ ਤੁਹਾਡਾ ਕੀ ਮਤਲਬ ਹੈਗਾ ਵਾ ਸਾਰਾ ਕੁਝ, ਤੁਸੀਂ ਕਿਵੇਂ ਦੱਸ ਰਹੇ ਹੋ ਲੋਕਾਂ ਨੂੰ, ਕੀ ਹੈਗਾ ਸਭ ਕੁਝ ਉਸ? ਮੈਂ ਆਪਣਾ ਡਿਸਟ੍ਰਿਕਟ ਟੂ ਡਿਸਟ੍ਰਿਕਟ ਜਾ ਰਿਹਾ, ਹਰ ਸ਼ਹਿਰ 'ਚ ਜਾ ਕੇ ਮੈਂ ਉੱਥੇ ਇੱਕ ਉਹਨਾਂ ਨੂੰ ਥੋਟ ਦੇ ਰਿਹਾ ਵੋਟਿੰਗ ਦੇ ਰਿਲੇਟਿਡ, ਅਤੇ ਨਾਲ ਮੈਂ ਪਲਾਂਟੇਸ਼ਨ ਵੀ ਕਰ ਰਿਹਾ ਕਿਉਂਕਿ ਮੈਂ ਸਮਝਦਾ ਹਾਂ ਵੀ ਜਦੋਂ ਇੱਕ ਪਲਾਂਟ ਵੱਡਾ ਹੋ ਜਾਂਦਾ, ਇੱਕ ਪੇੜ ਬਣ ਜਾਂਦਾ ਤਾਂ ਟਨ ਆਕਸੀਜਨ ਛੱਡਦਾ, ਤਾਂ ਇਸੇ ਤਰੀਕੇ ਨਾਲ ਜੇ ਇੱਕ ਵਿਚਾਰ ਦੀ ਚੰਗੀ ਤਰ੍ਹਾਂ ਉਹਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਜਾਏ ਤਾਂ ਉਹ ਵੀ ਇੱਕ ਰੈਜ਼ੋਲਿਊਸ਼ਨ ਲਿਆ ਸਕਦਾ, ਉਹ ਵੀ ਕੁਛ ਨਵਾਂ ਕਰ ਸਕਦਾ। ਅਤੇ ਉਸੇ ਕਰਕੇ ਮੈਂ ਲੋਕਾਂ ਨੂੰ ਜਾ ਰਿਹਾ, ਕਿਉਂਕਿ ਹੁਣ ਤੁਸੀਂ ਦੱਸਿਆ ਵੀ ਚੁਣਾਵ ਆ ਰਹੇ ਆ, 20 ਤਰੀਕ ਨੂੰ ਆਪਾਂ ਵੋਟਿੰਗ ਕਰਨੀ ਹੈ, ਅਤੇ ਆਈਸੇ ਵੀ ਸਾਨੂੰ ਵੋਟ ਜ਼ਰੂਰ ਕਰਨਾ ਚਾਹੀਦਾ ਹੈ, ਅਤੇ ਇੱਕ ਲੀਡਰ, ਇੱਕ ਫੇਸ ਨੂੰ ਦੇਖ ਕੇ ਵੋਟ ਕਰਨਾ ਚਾਹੀਦਾ, ਨਾ ਕਿ ਇੱਕ ਪਾਰਟੀ ਨੂੰ, ਕਿਉਂਕਿ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਵੀ ਉਹ ਕੱਪੜੇ ਨੇ, ਅਤੇ ਜਿਹੜਾ ਫੇਸ ਹੈ ਸਾਨੂੰ ਫੇਸ ਦੇਖਣਾ ਚਾਹੀਦਾ ਵੀ ਉਸ ਬੰਦੇ ਨੇ ਕੰਮ ਕੀਤਾ ਹੈ ਆਪਾਂ ਤਾਂ ਹੀ ਸਮਝ ਸਕਦੇ ਹਾਂ ਵੀ ਹਾਂ ਆਪਾਂ ਇਹਨੂੰ ਵੋਟ ਕਰ ਸਕਦੇ ਹਾਂ। ਵੈਸੇ ਕੁਐਸਚਨ ਪੁੱਛਣ ਵਾਲਾ ਤਾਂ ਨਹੀਂ, ਫਿਰ ਵੀ ਪੁੱਛ ਰਿਹਾ ਵਾ, ਤੁਹਾਨੂੰ ਕੀ ਲੱਗਦਾ ਹੈ ਕਿਹੜੀ ਜਿਹੜੀ ਸਰਕਾਰ ਬੈਨੀਫਿਟ ਦੇ ਰਹੀ ਹੈ? ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਚੱਲ ਰਹੀ ਹੈ ਪੰਜਾਬ ਦੇ ਵਿੱਚ, ਲੋਕ ਕਹਿ ਰਹੇ ਕਿ ਹੁਣ ਸਾਨੂੰ ਕਾਂਗਰਸ ਨਹੀਂ ਚਾਹੀਦੀ। ਮੈਂ ਕਾਫੀ ਲੋਕਾਂ ਨਾਲ ਵੀ ਗੱਲਬਾਤ ਕੀਤੀ, ਲੋਕ ਕਹਿੰਦੇ ਨੇ ਕਿ ਇਸ ਐਤਕੀ ਵਾਰ ਅਸੀਂ ਕੋਈ ਨਵੀਂ ਸਰਕਾਰ ਲਿਆਉਣਾ ਚਾਹੁੰਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿਹੜੀ ਸਰਕਾਰ ਆਉਣੀ ਚਾਹੀਦੀ ਆ, ਕੌਣ ਹੋਣਾ ਚਾਹੀਦਾ ਚਿਹਰਾ ਦਾ, ਕੌਣ ਆਊਗਾ ਜਿਹੜਾ? ਕਿਉਂਕਿ ਚੰਨੀ ਜਦੋਂ ਪਿੱਛੇ ਉਹਨਾਂ ਦੇ ਕੁਝ ਕਾਰਿਆਕਾਲ ਰਿਹਾ, ਜਿਹੜਾ 3 ਮਹੀਨੇ ਦਾ ਕਾਰਿਆਕਾਲ ਰਿਹਾ, ਉਹਦੇ ਵਿੱਚ ਕਾਫੀ ਕੰਮ ਕੀਤੇ ਉਹਨਾਂ ਨੇ, ਉਸ ਨੂੰ ਲੈ ਕੇ ਚੰਨੀ ਕਹਿ ਰਹੇ ਨੇ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਪਹਿਲੀ ਵਾਰੀ ਹਾਂ, ਸਾਨੂੰ ਪਹਿਲਾ ਮੌਕਾ ਦਿਓ। ਉਸ ਤੋਂ ਬਾਅਦ BJP ਵੀ ਕਹਿ ਰਹੀ ਹੈ ਸਾਨੂੰ ਪਹਿਲਾ ਮੌਕਾ ਦਿਓ। ਅਕਾਲੀ ਦਲ ਨੂੰ ਕਾਫੀ ਮੌਕੇ ਮਿਲੇ ਨਾ, ਫਿਰ ਵੀ ਉਹ ਕਹਿ ਰਹੀ ਕਿ ਸਾਨੂੰ ਇੱਕ ਵਾਰੀ ਹੋਰ ਮੌਕਾ ਦਿਓ। ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਨੂੰ ਦੁਬਾਰਾ ਤੋਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ? ਮੈਂ ਇੱਦਾਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਪਤਾ ਨਹੀਂ ਹੈ ਕੀ ਹੋਣ ਵਾਲਾ ਚੁਣਾਵ ਦੇ ਵਿੱਚ, ਬਟ ਮੈਂ ਇਹੀ ਲੋਕਾਂ ਨੂੰ ਕਹੂੰਗਾ ਵੀ ਵੋਟ ਫॉर ਅ ਲੀਡਰ, ਨਾਟ ਫॉर ਅ ਪਾਰਟੀ। ਵੀ ਜਿਹੜਾ ਤੁਹਾਨੂੰ ਲੱਗਦਾ ਸਹੀ ਹੈ, ਕੁਛ ਕਰ ਸਕਦਾ ਹੈ, ਤੁਸੀਂ ਜ਼ਰੂਰ ਉਹਨੂੰ ਮੌਕਾ ਦਿਓ, ਬਿਕੋਜ਼ ਅੱਜ ਦੀ ਡੇਟ ਦੇ ਵਿੱਚ ਆਪਾਂ ਆਪਣੇ ਕਈ ਸਾਲ ਆਪਾਂ ਵੋਟਿੰਗ ਕੀਤੀ ਹੈ ਅਤੇ ਆਪਾਂ ਹੁਣ ਹੋਰ ਮੌਕੇ ਨਹੀਂ ਦੇ ਸਕਦੇ। ਮੈਂ ਆਪਣੇ ਅਵੇਅਰਨੈਸ ਵੀਡੀਓਜ਼ 'ਚ ਵੀ ਕਿਹਾ ਵੀ ਆਪਾਂ ਚਾਂਸ ਨਹੀਂ ਦੇ ਸਕਦੇ, ਹੁਣ ਬਸ ਆਪਾਂ ਨੂੰ ਸੋਚ ਪਰਖ ਕੇ ਹੀ ਵੋਟ ਕਰਨਾ ਪਊਗਾ, ਇੱਕ ਲੀਡਰਸ਼ਿਪ ਨੂੰ ਦੇਖ ਕੇ ਹੀ ਵੋਟ ਕਰਨਾ ਪਊਗਾ। ਮਤਲਬ ਕਿ ਤੁਸੀਂ ਲੋਕਾਂ ਨੂੰ ਇਹ ਗਾਈਡ ਕਰ ਰਹੇ ਹੋ ਕਿ ਤੁਸੀਂ ਉਸ ਵਿਅਕਤੀ ਨੂੰ ਵੋਟ ਪਾਓ
ਜੋ ਕੈਪੇਬਲ ਹੈ ਉਸ ਵਿਅਕਤੀ ਨੂੰ ਨਾ ਪਾਓ ਜੋ ਕੈਪੇਬਲ ਨਹੀਂ ਹੈ। ਕਾਫੀ ਲੰਬੇ ਸਮੇਂ ਤੋਂ ਅਸੀਂ ਲੋਕਾਂ ਨੂੰ ਮਤਲਬ ਵੋਟ ਪਾ ਰਹੇ ਨੇ, ਪਾਰਟੀ ਨੂੰ ਵੋਟ ਪਾ ਰਹੇ ਹਾਂ ਜਿਨ੍ਹਾਂ ਤੋਂ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਤੇ ਹੁਣ ਉਸ ਲੋਕਾਂ ਨੂੰ ਵੋਟ ਪਾਓ, ਉਸ ਪਾਰਟੀ ਨੂੰ ਵੋਟ ਪਾਓ ਜੋ ਫਾਇਦਾ ਦੇਣਗੇ, ਜੋ ਸਾਡੇ ਕੰਮ ਆਉਣਗੇ, ਹੈ ਨਾ। ਬਿਲਕੁਲ ਮੈਂ ਇਹੀ ਕਹਿ ਰਿਹਾ ਵੀ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਉਹ ਕਿਹੜੀ ਪਾਰਟੀ ਨਾਲ ਉਹ ਪਰਸਨ ਜੁੜਿਆ ਹੋਇਆ ਹੈ, ਭਾਵੇਂ ਉਹ ਇੰਡੀਪੈਂਡੈਂਟ ਹੋਵੇ, ਬਟ ਜੇ ਉਹਨੇ ਸਮਾਜ ਦੇ ਲਈ ਕੁਝ ਕੀਤਾ ਹੈ, ਉਹਨਾਂ ਕੋਲ ਕੋਈ ਵਿਜ਼ਨ ਹੈਗਾ ਹੈ ਵੀ ਮੈਂ ਇਹ ਚੀਜ਼ ਸਮਾਜ 'ਚ ਇੰਪਲੀਮੈਂਟ ਕਰ ਸਕਦਾ, ਅਤੇ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ ਮੌਕਾ, ਬਿਕੋਜ਼ ਉਹਨਾਂ ਦੇ ਕੰਮ ਬੋਲਦੇ ਆ। ਇੱਕ ਆਪਾਂ ਫਨ ਵਾਲਾ ਕੁਐਸਚਨ ਪੁੱਛ ਲੈਂਦੇ ਹਾਂ, ਵੈਸੇ ਪੁੱਛਣਾ ਤਾਂ ਨਹੀਂ ਚਾਹੀਦਾ, ਇਹਦਾ ਕਿੰਨੀ ਕੀ ਤਨਖਾਹ ਹੋਗੀ ਤਾਂ? ਤਨਖਾਹ ਤਾਂ ਮੇਰੀ ਡਿਪੈਂਡ ਕਰਦੀ ਹੈ ਬਿਕੋਜ਼ ਇਟਸ ਅ ਬਿਜ਼ਨਸ, ਬਟ ਹਲੇ ਮੈਂ ਆਪਣੇ ਬਿਜ਼ਨਸ ਤੋਂ ਜ਼ਿਆਦਾ ਧਿਆਨ ਆਪਣੇ ਮਿਸ਼ਨਸ 'ਚ ਹੀ ਦੇ ਰਿਹਾ, ਬਿਕੋਜ਼ ਮੈਨੂੰ ਕੋਈ ਮਨੀ ਦੀ ਕੋਈ ਟੈਨਸ਼ਨ ਨਹੀਂ ਹੈ, ਮੈਨੂੰ ਕੋਈ ਇੱਦਾਂ ਨਹੀਂ ਵੀ ਮੈਨੂੰ ਕਮਾਉਣਾ ਹੀ ਪਊਗਾ। ਆਈ ਹੈਵ ਮਾਈ ਪੇਰੈਂਟਸ, ਅਤੇ ਮੈਨੂੰ ਕੋਈ ਸਕੂਲ ਦੀ ਟੈਨਸ਼ਨ ਨਹੀਂ, ਖਾਣੇ ਦੀ ਟੈਨਸ਼ਨ ਨਹੀਂ, ਅਤੇ ਬਾਕੀ ਜਿੰਨੀ ਵੀ ਮੈਂ ਅਰਨ ਕਰ ਰਿਹਾ ਉਹ ਤਾਂ ਚਲੋ ਹੈ ਹੀ। ਤਾਂ ਏਸ਼ੀਅਨ ਮੈਦਾਨ 'ਚ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਪੈਰੈਂਟਸ ਨਾਲ ਵੀ ਗੱਲਬਾਤ ਕਰਾਂਗੇ, ਤਾਂ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਤਾਂ ਵਿਦਾਂਸ਼ ਦੀ ਫੈਮਿਲੀ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ। 5 ਸਾਲ ਦੀ ਉਮਰ ਦੇ ਵਿੱਚ ਕੋਡਿੰਗ ਸਿੱਖਣ ਵਾਲੇ ਬੱਚੇ ਦੇ ਪੇਰੈਂਟਸ ਤੋਂ ਗੱਲਬਾਤ ਕਰਾਂਗੇ। ਸਰ ਕਿਵੇਂ ਦੇਖਦੇ ਹੋ ਵਿਦਾਂਸ਼ 5 ਸਾਲ ਤੋਂ ਕੋਡਿੰਗ ਕਰ ਰਿਹਾ ਹੈ, ਕਿਹੋ ਜਿਹਾ ਉਸ ਵਕਤ ਦਾ ਮੂਵਮੈਂਟ ਸੀ ਜਦੋਂ ਪ੍ਰਧਾਨ ਮੰਤਰੀ ਨੇ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੂੰ ਬਾਲ ਪੁਰਸਕਾਰ ਦਿੱਤਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ ਸਾਰਿਆਂ ਨੂੰ। ਦੇਖੋ, ਜਿਹੜੇ ਪ੍ਰਧਾਨ ਮੰਤਰੀ ਜੀ ਹੈਗੇ ਸਾਡੇ ਦੇਸ਼ ਦਾ ਗੌਰਵ ਹੈਗੇ ਹੈ, ਅਤੇ ਉਹਨਾਂ ਨਾਲ ਗੱਲਬਾਤ ਕਰਨਾ, ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ, ਇਹ ਆਪਣੇ ਆਪ 'ਚ ਬਹੁਤ ਪ੍ਰਾਊਡ ਵਾਲੀ ਗੱਲ ਹੈ। ਅਤੇ ਇੱਕ ਛੋਟੀ ਜਿਹੀ ਉਮਰ ਦੇ ਅੰਦਰ ਇੱਕ ਬੱਚੇ ਨੇ ਇਹ ਚੀਜ਼ ਕੀਤੀ ਹੈ, ਭਾਵੇਂ ਉਹ ਸਾਡਾ ਬੱਚਾ ਹੈਗਾ ਜਾਂ ਕੋਈ ਵੀ ਹੋਵੇ, ਅਤੇ ਇਟਸ ਵੈਰੀ ਵੈਰੀ ਬਿਗ ਅਚੀਵਮੈਂਟ। ਕਿਉਂਕਿ ਉਮਰ ਦੇ ਹਿਸਾਬ ਨਾਲ ਦੇਖੀਏ, ਆਪਾਂ ਸਾਰੀ ਉਮਰ ਕਿੰਨੀ ਮਿਹਨਤ ਕਰਦੇ ਹਾਂ, ਫਿਰ ਜਾ ਕੇ ਆਪਾਂ ਕਿਤੇ ਕੋਈ ਐਕਸਪੈਕਟ ਕਰ ਸਕਦੇ ਕਿ ਸਾਨੂੰ ਕੋਈ ਸਨਮਾਨਿਤ ਕਰ ਰਿਹਾ। ਅਤੇ ਨੋ ਡਾਊਟ ਇਹ ਸਾਡੇ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਹੈਗੀ ਹੈ। ਬਾਕੀ ਜਿਹੜਾ ਤੁਸੀਂ ਕਿਹਾ ਕਿ ਕੋਡਿੰਗ ਸਿੱਖ ਰਿਹਾ ਛੋਟੀ ਉਮਰ ਤੋਂ, ਤਾਂ ਤਕਰੀਬਨ 5 ਸਾਲ ਦੀ ਉਮਰ ਤੋਂ ਇਹਨੇ ਸ਼ੁਰੂ ਕਰਤਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਸਿਖਾਇਆ ਇਹਨੂੰ, ਅਤੇ 9 ਸਾਲ ਦੀ ਉਮਰ 'ਚ ਤੁਸੀਂ ਕਹਿ ਸਕਦੇ ਹੋ ਕਿ ਫਸਟ ਜਿਹੜੀ ਪ੍ਰੋਫੈਸ਼ਨਲ ਵੈਬਸਾਈਟ ਲਾਂਚ ਕਰਕੇ ਇਹਨੇ ਆਪਣਾ ਜਿਹੜਾ ਰਿਕਾਰਡ ਬਣਾਇਆ ਸੀਗਾ। ਤੁਹਾਨੂੰ ਕੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਿਦਾਂਸ਼ ਕਿਹੋ ਜਿਹੇ ਹੋਰ ਕੰਮ ਕਰ ਸਕਦਾ ਹੈ, ਜਾਂ ਤੁਹਾਡੇ ਵੱਲੋਂ ਉਸ ਨੂੰ ਗਾਈਡ ਕਰਕੇ ਕਿਹੋ ਜਿਹੇ ਕੰਮ ਕਰਾ ਸਕਦੇ ਹੋ? ਮੇਰਾ ਇੱਕ ਸ਼ੁਰੂ ਤੋਂ ਮੰਨਣਾ ਹੈਗਾ, ਮੈਂ ਆਪ ਵੀ ਇੱਕ IT ਲਾਈਨ 'ਚ ਬਿਲੋਂਗ ਕਰਦਾ ਹਾਂ, ਅਤੇ ਜਿਹੜੀ ਕਿ ਕਹਿੰਦੇ ਕਿ ਮਾਂ ਬਾਪ ਤੋਂ ਜਿਹੜੀ ਸੀਖ ਆਪਾਂ ਲਿੱਤੀ ਹੈ, ਫਿਰ ਅੱਗੇ ਜਿਹੜੀ ਆਪਾਂ ਆਪਣਾ ਐਕਸਪੀਰੀਅੰਸ ਕੀਤਾ ਲਾਈਫ ਦੇ ਅੰਦਰ, ਉਹੀ ਅੱਗੇ ਆਪਣਾ ਜਿਹੜਾ ਹੈਗਾ ਨੈਕਸਟ ਜਨਰੇਸ਼ਨ ਨੂੰ ਡਿਲੀਵਰ ਕਰਦੇ ਹਾਂ, ਉਹੀ ਆਪਾਂ ਉਹਨਾਂ ਨੂੰ ਸਿਖਾਉਂਦੇ ਹਾਂ। ਮੇਰਾ ਮੰਨਣਾ ਇਹ ਹੈਗਾ ਕਿ ਅਗਰ ਆਪਾਂ 2 ਤਰੀਕੇ ਨਾਲ ਪੈਂਦਾ ਇੱਕ ਕੰਮ ਕਰ ਸਕਦਾ ਹੈ। ਅਗਰ ਆਪਾਂ ਜਿਹੜਾ ਹੈ ਕਿ ਸਮਾਜ ਵਾਸਤੇ ਕੋਈ ਕੰਮ ਕਰ ਸਕੀਏ, ਫਿਰ ਉਸ ਤੋਂ ਬਾਅਦ ਅਗਰ ਆਪਾਂ ਅਰਨਿੰਗ ਵਾਸਤੇ ਸੋਚੀਏ, ਤਾਂ ਉਹ ਸਭ ਤੋਂ ਬੈਸਟ ਰਹਿੰਦਾ। ਕੰਮ ਤਾਂ ਕਰਨਾ ਹੀ ਹੈ ਹਰ ਇੱਕ ਨੇ, ਅਤੇ ਇਹ ਜਿਹੜੀ ਚੀਜ਼ ਹੈਗੀ ਮੈਂ ਇਹਨੂੰ ਹਮੇਸ਼ਾ ਸਿਖਾਉਂਦਾ ਹੈ, ਅਤੇ ਆਪ ਵੀ ਜਿਹੜੀ ਮੈਂ ਆਪਣੇ ਅਮਲ ਕਰਦਾ, ਕਿਉਂਕਿ ਮੈਂ ਆਪ ਵੀ ਜਿਹੜਾ ਹੈਗਾ ਇਨਵੋਲਵ ਰਹਿੰਦਾ ਇਹਨਾਂ ਚੀਜ਼ਾਂ ਦੇ ਅੰਦਰ, ਕਿ ਤੁਸੀਂ ਅਗਰ ਇੱਕ ਕਾਬਲੀਅਤ ਜਿਹੜੀ ਹੈਗੀ ਹੈ ਅਗਰ ਅਟੇਨ ਕਰਦੇ ਹੋ, ਇਹ ਨਾ ਸੋਚ ਕੇ ਕਿ ਮੈਨੂੰ ਕਿੰਨਾ ਪੈਸਾ ਆਊਗਾ ਕਿੰਨਾ ਨਹੀਂ ਆਊਗਾ, ਅਦਰਵਾਈਜ਼ ਸਾਰੇ ਲੋਕ ਜਿਹੜੇ ਹੈਗੇ ਉਸੇ ਦੇ ਉੱਪਰ ਫੋਕਸ ਕਰਕੇ ਚੱਲਦੇ ਆ। ਆਪਣਾ ਮੰਨਣਾ ਇਹ ਹੈਗਾ, ਜਿਹੜੀ ਇੱਕ ਚੀਜ਼ ਲੈ ਕੇ ਚੱਲ ਰਹੇ ਕਿ ਤੁਸੀਂ ਕਾਬਲੀਅਤ ਨੂੰ ਅਟੇਨ ਕਰੋ, ਆਪਣੇ ਆਪ ਨੂੰ ਇੱਕ ਸਕਿਲਡ ਬਣਾਓ, ਉਸ ਤੋਂ ਬਾਅਦ ਤੁਸੀਂ ਉਸ ਦਾਇਰੇ ਦੇ ਅੰਦਰ ਰਹਿ ਕੇ ਆਪਣਾ ਹੀ ਨਹੀਂ ਆਪਣੇ ਸਮਾਜ ਦਾ ਵੀ ਸੋਚੋ, ਦੈਨ ਉਸ ਤੋਂ ਬਾਅਦ ਤੁਸੀਂ ਆਟੋਮੈਟਿਕਲੀ ਜਿਹੜਾ ਹੈਗਾ ਗਰੋ ਕਰਦੇ ਰਹਿੰਦੇ ਹੋ ਲਾਈਫ ਦੇ ਅੰਦਰ, ਆਪਣੇ ਆਪ ਓਪਰਚੁਨਿਟੀਜ਼ ਵੀ ਮਿਲਦੀ ਰਹਿੰਦੀ ਹੈ। ਇੱਕ ਮਜ਼ਾਕ ਵਾਲਾ ਕੁਐਸਚਨ ਹੈ, ਵੈਸੇ ਕਰਨਾ ਤਾਂ ਨਹੀਂ ਚਾਹੀਦਾ। ਜਲਨ ਹੋਈ ਜਦੋਂ ਪ੍ਰਧਾਨ ਮੰਤਰੀ ਨਾਲ ਵਿਦਾਂਸ਼ ਨੇ ਗੱਲਬਾਤ ਕੀਤੀ? ਨਹੀਂ ਬਿਲਕੁਲ ਜੀ, ਇਹ ਤਾਂ ਬਹੁਤ ਪ੍ਰਾਊਡ ਦੀ ਗੱਲ ਹੈਗੀ ਹੈ। ਇਹ ਤਾਂ ਮਤਲਬ ਅਚੀਵਮੈਂਟ ਉਹੀ ਮੈਂ ਕਹਿ ਰਿਹਾ ਨਾ, ਕਿ ਜਿਹੜੇ ਇੱਕ ਔਲਾਦ ਹੁੰਦੀ ਹੈ, ਇੱਕ ਕਈ ਵਾਰੀ ਮਾਂ-ਬਾਪ ਜਿਹੜੇ ਹੈਗੇ ਆ ਆਪਣੇ ਸੁਪਨੇ ਨਹੀਂ ਪੂਰੇ ਕਰ ਸਕਦੇ ਮੰਨ ਲਓ, ਅਤੇ ਉਹ ਆਪਣੇ ਸੁਪਨੇ ਆਪਣੇ ਬੱਚਿਆਂ ਦੀ ਅੱਖਾਂ ਦੇ ਥਰੂ ਜਿਹੜੇ ਹੈਗੇ ਪੂਰੇ ਕਰਨ ਦਾ ਖ਼ਾਬ ਰੱਖਦੇ ਆ। ਅਤੇ ਉਹ ਤਾਂ ਸਗੋਂ ਇੱਕ ਮੈਂ ਹੁਣ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਦੱਸਦਾ। ਪਿੱਛੇ ਮੈਂ ਕਪਿਲ ਦੇਵ ਮੂਵੀ ਦੇਖੀ ਸੀਗੀ, ਉਹਦੇ ਅੰਦਰ ਇੱਕ ਕ੍ਰਿਕਟਰ ਸੀਗਾ, ਅਤੇ ਉਹ ਤੋਂ ਕਪਿਲ ਦੇਵ ਜਿਹੜੇ ਹੈਗੇ ਆ ਉਹਨੇ ਇੱਕ ਵਿਕਟ ਲਿਆ ਸੀਗਾ ਇੱਕ ਮੈਚ ਦੇ ਅੰਦਰ, ਅਤੇ ਉਹਨੇ ਇੱਕ ਡਾਇਲੋਗ ਬੋਲਿਆ ਸੀਗਾ, ਕਹਿੰਦੇ ਤੂੰ ਆਪਣੇ ਪੇਰੈਂਟਸ ਨੂੰ 10 ਸਾਲ ਹੋਰ ਜਵਾਨ ਕਰਤਾ। ਪੇਰੈਂਟਸ ਸਗੋਂ ਹੋਰ ਜਵਾਨ ਹੁੰਦੇ ਹੈ, ਹੋਰ ਜ਼ਿਆਦਾ ਉਹਨਾਂ ਦੀ ਖਵਾਇਸ਼ਾਂ ਜਾਗਦੀਆਂ, ਹੋਰ ਜਗ੍ਹਾ ਉਹਨਾਂ ਦਾ ਜੋਸ਼ ਜਾਗਦਾ ਹੈ। ਮਤਲਬ ਤੁਹਾਨੂੰ ਹੋਰ ਮਤਲਬ ਉਹ ਕਹਿ ਲਓ ਇੱਕ ਭਰੋਸਾ ਮਿਲ ਗਿਆ, ਜਾਂ ਇੱਕ ਉਤਸ਼ਾਹ ਮਿਲ ਗਿਆ ਕਿ ਨਹੀਂ ਯਾਰ ਮੇਰਾ ਬੱਚਾ ਦੇਖੋ 11 ਸਾਲ ਦਾ ਯਾਰ, ਉਹਨੇ ਉਹੀ ਕਮਾਲ ਕਰ ਦਿੱਤਾ, ਮੈਂ ਤਾਂ ਹਲੇ ਦੇਖੋ ਯੰਗ ਹੋ ਗਿਆ, ਉਸ ਤੋਂ ਵੀ ਜ਼ਿਆਦਾ ਮੈਂ ਤਾਂ ਉਸ ਨੂੰ ਮਤਲਬ ਜਨਮ ਦਿੱਤਾ, ਮੈਂ ਤਾਂ ਉਸ ਤੋਂ ਵੀ ਜ਼ਿਆਦਾ ਕਰ ਸਕਦਾ। ਮਤਲਬ ਤੁਹਾਨੂੰ ਉਤਸ਼ਾਹ ਹੋਰ ਮਿਲਿਆ ਹੋਊਗਾ? ਉਤਸ਼ਾਹ ਬਿਲਕੁਲ ਮਿਲਦਾ ਹੈ ਜੀ। ਔਰ ਉਸ ਤੋਂ ਬਾਅਦ ਜਿਹੜੀ ਇੱਕ ਚੀਜ਼ ਹੈਗੀ ਹੈ ਕਿ ਜਿਹੜਾ ਇੱਕ ਮਾਂ-ਬਾਪ ਹੈਗਾ, ਪੂਰੀ ਦੁਨੀਆ 'ਚ ਕੋਈ ਵੀ ਮਾਂ-ਬਾਪ ਹੈਗਾ, ਉਹਦੇ ਕੋਲ ਕੋਈ ਨਾ ਕੋਈ ਰਿਸੋਰਸ ਦੀ ਅਗਰ ਕਮੀ ਹੋਵੇ, ਉਹ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦਾ ਕਿ ਆਪਣੇ ਬੱਚੇ ਨੂੰ ਰਿਸੋਰਸ ਕ੍ਰੀਏਟ ਕਰਕੇ ਦੇਵੇ,
ਤਾਂ ਕਿ ਜਿਹੜਾ ਕੰਮ ਉਹ ਅਚੀਵ ਨਹੀਂ ਕਰ ਸਕਿਆ ਜਾਂ ਜਿਹੜਾ ਖਾਬ ਉਹ ਪੂਰਾ ਨਹੀਂ ਕਰ ਸਕਿਆ, ਉਹ ਆਪਣੇ ਬੱਚੇ ਦੇ ਰਾਹੀਂ ਉਸ ਚੀਜ਼ ਨੂੰ ਪੂਰਾ ਕਰਨ ਦੀ ਆਸ ਰੱਖ ਕੇ ਚੱਲਦਾ ਉਹ। ਮੈਮ ਕਿਹੋ ਜਿਹਾ ਮਾਹੌਲ ਹੁੰਦਾ ਹੈ ਘਰ ਦੇ ਵਿੱਚ, ਕਿਉਂਕਿ ਦੋਨੋਂ ਕੋਡਰ ਨੇ, ਕੋਡਿੰਗ ਕਰਦੇ ਰਹਿੰਦੇ ਨੇ ਘਰ ਦੇ ਵਿੱਚ, ਹਮੇਸ਼ਾ ਲੈਪਟਾਪ ਦੀ ਕਟ ਦੀ ਆਵਾਜ਼ ਹੁੰਦੀ ਹੋਗੀ, ਕਿਹੋ ਜਿਹਾ ਮਾਹੌਲ ਰਹਿੰਦਾ ਹੈ? ਮੈਨੂੰ ਸਹੀ ਦੱਸਾਂ ਕਿ ਉਹ ਲੈਪਟਾਪ ਦੀ ਜਿਹੜੀ ਉਹ ਖਟਖਟ ਵਾਲੀ ਆਵਾਜ਼ ਤੁਸੀਂ ਕਹਿ ਰਹੇ ਹੋ, ਮੈਨੂੰ ਵੈਸੇ ਹੀ ਬਹੁਤ ਅੱਛੀ ਲੱਗਦੀ ਹੈਗੀ। ਔਰ ਜਿਹੜੀ ਇਹ ਆਵਾਜ਼ ਕਹਿ ਲਓ ਜਾਂ ਟਾਈਪਿੰਗ ਜਿਹਨੂੰ ਆਪਾਂ ਕਹਾਂਗੇ, ਉਹ ਮੇਰੇ ਹਸਬੈਂਡ ਤਾਂ ਈਵਨ ਬਿਨਾਂ ਦੇਖੇ ਹੀ ਟਾਈਪ ਕਰ ਲੈਂਦੇ ਸੀਗੇ। ਜਦੋਂ ਮੇਰੀ ਮੈਰਿਜ ਹੋਈ ਤਾਂ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗਦੀ ਸੀ। ਅਤੇ ਮੈਂ ਆਪ ਵੀ ਟੈਕਨੀਕਲ ਹਾਂ, ਮੈਂ ਖੁਦ ਵੀ ਕੋਡਿੰਗ ਕਰਦੀ ਹਾਂ, ਬਟ ਜਿਹੜੀ ਇਹ ਬਿਨਾਂ ਦੇਖੇ ਕੋਡਿੰਗ ਕਰਦੇ ਸੀ ਉਹ ਮੇਰੇ ਲਈ ਬੜੀ ਅੱਛੀ ਲੱਗਦੀ ਸੀਗੀ। ਤਾਂ ਸ਼ਾਇਦ ਉੱਥੇ ਹੀ ਮਿਧਾਂਸ਼ ਨੇ ਵੀ ਉਹ ਚੀਜ਼ਾਂ ਮੇਥੋਂ ਹੀ ਲੈ ਲਈਆਂ ਹੈ ਨਾ, ਅਤੇ ਬੇਟੇ ਨੇ ਵੀ ਸਿੱਖ ਲਈ ਹੋਈ ਆ। ਔਰ ਇਹ ਵੀ ਆਪਣੇ ਪਾਪਾ ਵਾਂਗੂ ਟਕ 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 ਮਤਲਬ ਬੜੇ ਅੱਛੇ ਤਰੀਕੇ ਨਾਲ ਕੋਡਿੰਗ ਕਰਦਾ ਹੈਗਾ ਇਹ ਵੀ। ਕਹਿ ਲਓ ਇੱਕ ਜਦੋਂ ਇੱਕ ਆਪਣਾ ਬੱਚਾ ਜਦੋਂ ਹੁੰਦਾ ਵਾ, ਜਦੋਂ ਕੁਝ ਅਚੀਵਮੈਂਟ ਕਰ ਲੈਂਦਾ ਹੈ, ਉਦੋਂ ਫੈਮਿਲੀ ਜਾਂ ਫਿਰ ਜਿੱਥੇ ਅਸੀਂ ਰਹਿੰਦੇ ਹਾਂ ਉਸ ਜਗ੍ਹਾ ਦੇ ਉੱਤੇ ਇੱਕ ਟੌਰ ਜੀ ਬਣ ਜਾਂਦੀ ਹੈ। ਉਸ ਤਰੀਕੇ ਦੀ ਕੋਈ ਫੀਲਿੰਗ? ਹਾਂਜੀ ਬਿਲਕੁਲ, ਉਸ ਤਰੀਕੇ ਦੀ ਫੀਲਿੰਗ ਆਉਣੀ ਸੁਭਾਵਿਕ ਹੈ, ਕਿਉਂਕਿ ਦੇਖੋ ਅੱਜ ਦੀ ਡੇਟ 'ਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ। ਔਰ ਇਸ ਕੰਪੀਟੀਸ਼ਨ 'ਚੋਂ ਜਦੋਂ ਕੋਈ ਨਿਕਲ ਕੇ ਬਾਹਰ ਆਉਂਦਾ ਹੈ ਤਾਂ ਡੈਫੀਨੇਟਲੀ ਉਹਨੂੰ ਐਪਰੀਸੀਏਸ਼ਨਸ ਵੀ ਮਿਲਦੀਆਂ ਨੇਗੀਆਂ, ਔਰ ਇੱਕ ਉਹ ਟੌਰ ਜਿਹਨੂੰ ਤੁਸੀਂ ਕਹਿ ਰਹੇ ਹੋ ਉਹ ਵੀ ਮਿਲਦੀ ਹੈ। ਤਾਂ ਅਸੀਂ ਸਾਰਿਆਂ ਤੋਂ ਕਾਲਸ ਰਿਸੀਵ ਕਰ ਰਹੇ ਹਾਂਗੇ, ਸ਼ਾਇਦ ਜਿਨ੍ਹਾਂ ਨੇ ਕਦੇ ਨਹੀਂ ਵੀ ਕਾਲਸ ਕੀਤੀਆਂ ਉਹਨਾਂ ਦੀਆਂ ਵੀ ਕਾਲਸ ਆ ਰਹੀਆਂ ਸਾਨੂੰ ਕੰਗ੍ਰੈਚੁਲੇਟ ਕਰਨ ਲਈ। ਈਵਨ ਅੱਜ ਅਸੀਂ ਮਿਧਾਂਸ਼ ਦੇ ਸਕੂਲ ਗਏ, ਉੱਥੇ ਵੀ ਇਹਨੂੰ ਸਨਮਾਨਿਤ ਕੀਤਾ ਗਿਆ, ਡਾਇਰੈਕਟਰ, ਪ੍ਰਿੰਸੀਪਲ, ਇਹ ਉਹਨਾਂ ਦੇ ਨਾਲ ਹੀ, ਈਵਨ ਅਸੀਂ ਵੀ ਉਹਨਾਂ ਦੇ ਨਾਲ ਹੀ ਬੈਠੇ ਹੋਏ ਸੀ, ਜੋ ਕਿ ਸ਼ਾਇਦ ਪੇਰੈਂਟਸ ਹਰ ਕੋਈ ਚਾਹੁੰਦਾ ਹੈ ਬਟ ਨਹੀਂ ਪੂਰਾ ਹੋ ਪਾਉਂਦਾ। ਤਾਂ ਉਹ ਵੀ ਇੱਕ ਤਰ੍ਹਾਂ ਦੀ ਟੌਰ ਹੀ ਹੈ, ਬਟ ਇੱਕ ਥੈਂਕਫੁਲ ਵੀ ਹਾਂ ਆਪਾਂ ਗੋਡ ਦੇ ਵੀ ਅਤੇ ਉਹਨਾਂ ਦੇ ਵੀ ਕਿ ਚਲੋ ਅੱਜ ਅਸੀਂ ਇਸ ਜਗ੍ਹਾ 'ਤੇ ਪਹੁੰਚੇ ਹਾਂਗੇ। ਆਉਣ ਵਾਲਾ ਫਿਊਚਰ ਕੀ ਦੇਖਦੇ ਹੋ? ਫਿਊਚਰ ਕੀ ਦੇਖਦੇ ਹੋ ਵਿਧਾਂਸ਼ ਤੱਕ? ਤੁਹਾਨੂੰ ਕੀ ਲੱਗਦਾ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਕੁਝ ਕਰ ਸਕਦੇ? ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਫਿਊਚਰ ਹਮੇਸ਼ਾ ਕੋਈ ਮਾਂ-ਬਾਪ ਦੇਖਦਾ ਕਿ ਬਹੁਤ ਚੰਗੀ ਨੌਕਰੀ ਕਰੇ ਜਾਂ ਬਹੁਤ ਚੰਗਾ ਕੋਈ ਬਿਜ਼ਨਸ ਕਰੇ। ਓਬਵੀਅਸਲੀ ਅਗਰ ਇਹ ਛੋਟੀ ਉਮਰ 'ਤੇ ਆਪਣਾ ਜਿਹੜਾ ਕੰਮ ਕਰ ਰਿਹਾ ਹੈ, ਇੰਨਾ ਕੁ ਕੈਪੇਬਲ ਹੈਗਾ ਕਿ ਅੱਜ ਦੀ ਡੇਟ 'ਚ ਵੀ ਅਰਨਿੰਗ ਵੀ ਇਹਨੇ ਸਟਾਰਟ ਕਰਤੀ ਹੋਈ ਹੈ, ਅਤੇ ਮੈਂ ਇੱਕ ਬਹੁਤ ਵੱਡਾ IT ਐਂਟਰਪ੍ਰੇਨਿਓਰ ਇਹਨੂੰ ਮੈਂ ਫਿਊਚਰ 'ਚ ਆਉਣ ਵਾਲੇ 'ਤੇ ਦੇਖ ਰਿਹਾ। ਬਟ ਨਾਲ ਦੀ ਨਾਲ ਮੈਨੂੰ ਇੱਕ ਹਮੇਸ਼ਾ ਚੀਜ਼ ਸਿਖਾਉਣਾ ਹੈ ਕਿ ਤੁਸੀਂ ਸਮਾਜ ਵਾਸਤੇ ਉਹਦੇ ਅੰਦਰ ਇੱਕ ਪ੍ਰੋਬਲਮ ਨੂੰ ਲੱਭੋ, ਔਰ ਅਗਰ ਤੁਸੀਂ ਇਸ ਪ੍ਰੋਬਲਮ ਨੂੰ ਲੱਭ ਕੇ ਉਹਨੂੰ ਠੀਕ ਕਰ ਪਾਓ ਅਤੇ ਤੁਸੀਂ ਸਾਰੇ ਜੱਗ ਜਿਹੜੇ ਹੈਗੇ ਆ ਤੁਹਾਨੂੰ ਆਪਣੇ ਜਿਹੜਾ ਮਾਨ ਸਨਮਾਨ ਵੀ ਮਿਲੂਗਾ, ਅਤੇ ਮਨੀ ਇਜ਼ ਦ ਬਾਈ ਪ੍ਰੋਡਕਟ। ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਵਿਧਾਨ ਸਭਾ ਚੁਣਾਵ ਦਾ ਸਮੇਂ ਹੈ, ਤੁਹਾਡਾ ਬੇਟਾ ਅਤੇ ਤੁਸੀਂ ਔਰ ਮੈਮ ਇੱਕ ਕੰਪੇਨ ਕਰ ਰਹੇ ਹੈ, ਲੋਕਾਂ ਤੱਕ ਜਾ ਰਹੇ ਹੋ, ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਕਿ ਤੁਸੀਂ ਉਸ ਵਿਅਕਤੀ ਨੂੰ ਵੋਟ ਪਾਓ ਜੋ ਤੁਹਾਡੇ ਕੰਮ ਆਵੇ, ਉਸ ਵਿਅਕਤੀ ਨੂੰ ਵੋਟ ਪਾਓ ਜੋ ਤੁਹਾਡੇ ਲਈ ਕੰਮ ਕਰੇ ਜਾਂ ਤੁਹਾਡੇ ਲਈ ਜੋ ਕੀ ਕਰੇ। ਤਾਂ ਤੁਹਾਨੂੰ ਇੱਕ ਤਾਂ ਚਲੋ ਇੱਕ ਹੁੰਦਾ ਵਾ ਕਿ ਵਧੀਆ ਮੈਸੇਜ ਵੀ ਆਉਂਦੇ ਨੇ ਲੋਕਾਂ ਤੋਂ, ਦੂਜੇ ਪਾਸੇ ਘਟੀਆ ਮੈਸੇਜ ਵੀ ਆਉਂਦੇ ਨੇ, ਕਿਹੋ ਜਿਹਾ ਤੁਹਾਨੂੰ ਫੀਡਬੈਕ ਮਿਲਦਾ ਹੈ ਉਸ ਬਾਰੇ? ਹਰੇਕ ਬੰਦੇ ਦੀ ਦੇਖੋ ਸੋਚ ਆਪਣੀ ਆਪਣੀ ਹੈਗੀ ਹੈ। ਕਿਸੇ ਬੰਦੇ ਨੇ ਕੋਈ ਕੰਮ ਦੇਖ ਰਿਹਾ, ਅੱਜ ਕੱਲ੍ਹ ਸੋਚ ਸਾਡੇ ਸਮਾਜ 'ਚ ਤਾਂ ਖਾਸ ਤੌਰ ਇੱਦਾਂ ਦੀ ਹੈਗੀ ਕਿ ਕੋਈ ਵੀ ਬੰਦਾ ਕੋਈ ਵਧੀਆ ਕੰਮ ਕਰ ਰਿਹਾ, ਉਹ ਪਹਿਲਾਂ ਇਹ ਸੋਚੂਗਾ ਕਿ ਇਹ ਕਿਉਂ ਕਰ ਰਿਹਾ, ਇਹਦਾ ਪਿੱਛੇ ਇਹਦਾ ਮੋਟਿਵ ਕੀ ਹੈਗਾ। ਦੇਖੋ ਉਸ ਸੋਚ ਨੂੰ ਆਪਾਂ ਬਹੁਤ ਜਲਦੀ ਚੇਂਜ ਨਹੀਂ ਕਰ ਸਕਦੇ, ਕਿਉਂਕਿ ਆਪਣਾ ਜਿਹੜਾ ਹੈਗਾ ਹਿੰਦੁਸਤਾਨ ਹੈਗਾ, ਆਪਣਾ ਸਮਾਜ ਹੈਗਾ, ਇਹ ਇੱਕ ਆਜ਼ਾਦ ਹੋਇਆ ਇੱਕ ਕਾਫੀ ਪੁਰਾਣੇ ਟਾਈਮ ਤੋਂ ਬਾਅਦ ਜਿਹੜਾ ਹੈਗਾ ਇੱਕ ਦੌਰ ਦੇਖਿਆ, ਉਹ ਸੋਚ ਹੌਲੀ ਹੌਲੀ ਖਤਮ ਹੋਊਗੀ। ਦੂਸਰੀ ਗੱਲ, ਤੁਸੀਂ ਗੱਲ ਕੀਤੀ ਕਿ ਜਿਹੜਾ ਇੱਕ ਕੈਂਪੇਨ ਕਰ ਰਹੇ ਹਾਂ, ਇਹ ਦੇਖੋ ਇੱਕ 15 ਅਗਸਤ 1947 ਆਪਾਂ ਆਜ਼ਾਦੀ ਦਿਵਸ ਮਨਾਉਂਦੇ ਹਾਂ। ਅੱਜ ਆਜ਼ਾਦੀ ਦਿਵਸ ਮਨਾਉਣ ਲਾਇਕ ਆਪਾਂ ਬਣੇ ਜਾਂ ਆਜ਼ਾਦੀ ਦਿਵਸ ਮਨਾਉਂਦੇ ਹਾਂ ਕਿਉਂਕਿ ਉਦੋਂ ਕ੍ਰਾਂਤੀਕਾਰੀ ਲੋਕੀ ਆਏ ਸੀਗੇ, ਔਰ ਉਹ ਜਿਹੜੀ ਕ੍ਰਾਂਤੀ ਫੈਲੀ ਸੀਗੀ ਉਹਦੀ ਚਿੰਗਾਰੀ ਕਿਤੋਂ ਨਾ ਕਿਤੋਂ ਤੋਂ ਸਟਾਰਟ ਹੋਈ ਸੀਗੀ। ਅਗਰ ਆਪਾਂ ਇਹ ਸੋਚਦੇ ਰਹਿ ਜਾਵਾਂਗੇ ਕਿ ਕੋਈ ਦੂਸਰਾ ਦੇਖੂਗਾ, ਕੋਈ ਇਨੀਸ਼ੀਏਟਿਵ ਲਊਗਾ, ਫਿਰ ਆਪਾਂ ਕੁਝ ਸਮਾਜ ਦੇ ਅੰਦਰ ਜਾਗਰੂਕਤਾ ਫੈਲਾਈਏ, ਅਤੇ ਮੈਂ ਨਹੀਂ ਸਮਝਦਾ ਕਿ ਉਹ ਟਾਈਮ ਫਿਰ ਛੇਤੀ ਕਿਤੇ ਆਊਗਾ। ਅਤੇ ਆਪਣਾ ਬਸ ਇੱਕ ਛੋਟਾ ਜਿਹਾ ਮੋਟਿਵ ਸੀਗਾ ਕਿ ਚਲੋ ਕੋਈ ਨਹੀਂ, ਇੱਕ ਘੱਟੋ ਘੱਟ ਵੋਟ ਪਾਉਣ ਦੇ ਨਾਲ ਜਿਹੜਾ ਇੱਕ ਅਧਿਕਾਰ ਦਿੱਤਾ ਗਿਆ ਉਹਦੇ ਨਾਲ ਨੋ ਡਾਊਟ ਸਰਕਾਰ ਨੂੰ ਆਪਾਂ ਚੰਗੀ ਬਣਾ ਸਕਦੇ ਹਾਂ ਅਗਰ ਆਪਾਂ ਸਾਰੇ ਮਿਲ ਕੇ ਵੋਟਿੰਗ ਕਰੀਏ। ਬਾਕੀ ਰਹੀ ਗੱਲ ਕੈਂਪੇਨ ਦੀ, ਕੈਂਪੇਨ ਨੂੰ ਲੈ ਕੇ ਆਪਾਂ ਹਮੇਸ਼ਾ ਜਿੱਦਾਂ ਕੰਮ ਵੀ ਕਰਦੇ ਰਹੇ, ਕਰੋਨਾ ਕਾਲ ਦੇ ਅੰਦਰ ਆਪਾਂ ਥੋੜ੍ਹਾ ਜਿਹਾ ਸਾਨੂੰ ਮੋਟੀਵੇਸ਼ਨ ਮਿਲੀ ਕਿ ਨਹੀਂ ਆਪਾਂ ਕੁਝ ਕਰ ਸਕਦੇ ਹਾਂ ਸਮਾਜ ਵਾਸਤੇ, ਸਾਡੇ ਕੋਲ ਦਾਇਰਾ ਹੈਗਾ। ਰੱਬ ਨੇ ਵੈਸੇ ਵੀ ਦੇਖੋ ਹਰੇਕ ਬੰਦੇ ਦੇ ਕੋਲ ਇੱਕ ਦਾਇਰਾ ਬਣਾ ਕੇ ਰੱਖਿਆ ਹੁੰਦਾ ਹੈ, ਉਸ ਦਾਇਰੇ ਦੇ ਅੰਦਰ ਹੈ ਕਿ ਉਹ ਬਹੁਤ ਕੁਝ ਕਰ ਸਕਦਾ ਹੈ। ਅਤੇ ਆਪਾਂ ਚਲੋ ਸੋਚਿਆ ਕਿ ਕੈਂਪੇਨ ਕਰੀਏ। ਘੱਟੋ ਘੱਟ 23 ਜ਼ਿਲ੍ਹੇ ਹੈਗੇ ਹੈ, ਘੱਟੋ ਘੱਟ ਇੱਕ ਸ਼ਹਿਰ ਦੇ ਅੰਦਰ ਵੀ ਅਗਰ ਇੱਕ ਥਾਟ ਜਿਹੜੀ ਹੈਗੀ ਉਹ ਫੈਲ ਗਈ, ਨਾਲ ਨਾਲ ਤੁਸੀਂ ਸ਼ਾਇਦ ਜਾਣਦੇ ਹੋਗੇ ਆਪਾਂ ਪਲਾਂਟੇਸ਼ਨ ਵੀ ਕਰ ਰਹੇ ਹਾਂ। ਅਤੇ ਜਿੱਦਾਂ ਆਪਾਂ ਪਲਾਂਟੇਸ਼ਨ ਕਰਦੇ ਹਾਂ ਉਹਦੇ ਨਾਲ ਕੀ ਹੁੰਦਾ ਕਿ ਆਪਾਂ ਉਹਦੀ ਸੇਵਾ ਕਰਦੇ ਹਾਂ। ਕੱਲ੍ਹ ਨੂੰ ਕੱਲ੍ਹ 23 ਬੂਟੇ ਲਗਾਏ, ਇੱਕ ਬੂਟਾ ਵੀ ਅਗਰ ਵੱਧ ਗਿਆ ਅਤੇ ਉਹ ਕਿੰਨੇ ਟਨ ਆਕਸੀਜਨ ਦਊਗਾ, ਅਤੇ ਉਸ ਆਕਸੀਜਨ ਦੀ ਵੈਲਿਊ ਸਾਨੂੰ ਪਤਾ ਹੈ ਕਰੋਨਾ ਕਾਲ ਦੇ ਅੰਦਰ।
ਆਪਾਂ ਕਹਿੰਦੇ 23 ਵਿਚਾਰ ਦਿੱਤੇ, ਇੱਕ ਵਿਚਾਰ ਵੀ ਅਗਰ ਸਮਾਜ 'ਚ ਫੈਲ ਗਿਆ ਉਹ ਕ੍ਰਾਂਤੀ ਲਿਆ ਸਕਦਾ ਹੈ। ਤੁਸੀਂ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਕੰਪੇਨਿੰਗ ਕਰਦੇ ਹੋਵੋਗੇ ਤਾਂ ਕਾਫੀ ਪਾਰਟੀਆਂ ਦੇ ਵੀ ਫੋਨ ਆਏ ਹੋਣਗੇ, ਕਾਫੀ ਪਾਰਟੀਆਂ ਵੱਲੋਂ ਵੀ ਤੁਹਾਨੂੰ ਆਫਰ ਦਿੱਤਾ ਗਿਆ ਹੋਗਾ, ਕਿਵੇਂ ਦੇਖਦੇ ਹੋ? ਨਹੀਂ, ਜਿਹੜੀ ਸਾਡੀ ਕੈਂਪੇਨਿੰਗ ਹੈਗੀ ਹੈ ਉਹ ਇੱਕ ਜਨਰਲ ਅਵੇਅਰਨੈਸ ਕੈਂਪੇਨਿੰਗ ਹੈਗੀ ਹੈ ਰਿਗਾਰਡਿੰਗ VOTING। ਉਹੀ ਮੈਂ ਕਹਿ ਰਿਹਾ, ਲੋਕ ਜਦੋਂ ਤੁਸੀਂ ਇਹ ਕੰਪੇਨਿੰਗ ਕਰਦੇ ਹੋ ਤਾਂ ਲੋਕਾਂ ਵੱਲੋਂ ਜਾਂ ਪਾਰਟੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਹਮੇਸ਼ਾ ਕਿ ਤੁਸੀਂ ਸਾਡੀ ਪਾਰਟੀ ਦਾ ਮਤਲਬ ਉਹ ਕਰੋ ਕਿ ਮਤਲਬ ਅਸੀਂ ਮਤਲਬ ਅੱਗੇ ਹੈਗੇ ਆ, ਜਾਂ ਕੋਈ ਵੀ ਪਾਰਟੀ ਹੈ ਤੁਹਾਨੂੰ ਕਹਿੰਦੀ ਹੋਵੇਗੀ ਕਿ ਭਾਵੇਂ ਤੁਸੀਂ ਉਹ ਕਰ ਰਹੇ ਹੋ ਕਰੋ ਵਧੀਆ, ਲੇਕਿਨ ਸਾਡੀ ਪਾਰਟੀ ਦਾ ਜਿਹੜਾ ਨਾਮ ਹੈ ਤੁਸੀਂ ਕਰੋ ਤੇ ਅਸੀਂ ਜਿਹੜੀ ਤੁਹਾਡੀ ਹੈਲਪ ਕਰਾਂਗੇ। ਉਹ ਕਿਵੇਂ? ਨਹੀਂ, ਇਸ ਤਰ੍ਹਾਂ ਦਾ ਫਸਟ ਆਫ ਆਲ ਮੈਨੂੰ ਕੋਈ ਕਾਲ ਇਸ ਤਰ੍ਹਾਂ ਦਾ ਆਇਆ ਨਹੀਂ। ਅਗਰ ਸਪੋਜ਼ ਆਪਾਂ ਕਾਲ ਕੋਈ ਕਹਿੰਦੇ ਆ ਵੀ ਜਾਂਦਾ ਹੈ, ਮੰਨ ਲਓ ਆਪਾਂ ਇੱਕ ਗੱਲ ਲੈ ਕੇ ਚੱਲਦੇ ਹਾਂ ਕਿ ਆਪਣੀ ਜਿਹੜਾ ਕਿਸੇ ਦੀ ਪਾਰਟੀ ਦੇ ਨਾਲ ਆਪਾਂ ਕਨੈਕਟਡ ਨਹੀਂ ਹੈਗੇ, ਪਹਿਲੀ ਗੱਲ ਤਾਂ ਇਹ। ਦੂਸਰੀ ਗੱਲ, ਆਪਾਂ ਅਗਰ ਸਪੋਜ਼ ਸਾਨੂੰ ਕੋਈ ਪਾਰਟੀ ਕਹਿ ਵੀ ਦਿੰਦੀ ਹੈ ਉਹਦੀ ਆਪਾਂ ਕੈਂਪੇਨ ਵੈਸੇ ਵੀ ਨਹੀਂ ਕਰ ਸਕਦੇ, ਕਿਉਂਕਿ ਇੱਕ ਜਗ੍ਹਾ ਦੇ ਅੰਦਰ ਤੁਹਾਨੂੰ 5 ਉਂਗਲੀਆਂ ਇਕੱਠੀ ਇੱਕ ਬਰਾਬਰ ਨਹੀਂ ਹੋ ਸਕਦੀ। ਕੋਈ ਵੀ ਪਾਰਟੀ, ਮੈਂ ਤੁਹਾਨੂੰ ਓਪਨਲੀ ਇਸ ਚੀਜ਼ ਨੂੰ ਕਹਿਣਾ ਹੈ ਕਿ ਕੋਈ ਵੀ ਪਾਰਟੀ ਕਵੇ ਕਿ ਮੇਰੇ ਕੋਲ ਸਾਰੇ ਦੇ ਸਾਰੇ ਲੀਡਰ ਬਹੁਤ ਵਧੀਆ ਹੈਗੇ, ਇੱਦਾਂ ਕਦੇ ਵੀ ਨਹੀਂ ਹੋ ਸਕਦਾ। ਅਤੇ ਅਗਰ ਸਪੋਜ਼ ਸਾਨੂੰ ਮੌਕਾ ਮਿਲਦਾ ਵੀ ਹੈ ਕਿ ਠੀਕ ਹੈ ਜੀ ਤੁਸੀਂ ਸਾਡੀ ਪਾਰਟੀ ਦੀ ਆਪਣੇ ਕੈਂਪੇਨ ਕਰੋ, 117 ਦੇ 117 ਕੈਂਡੀਡੇਟ ਵਧੀਆ ਹੋ ਜਾਣਗੇ, ਇਟ ਇਜ਼ ਨਾਟ ਪੋਸੀਬਲ। ਅਤੇ ਸਾਡਾ ਜਿਹੜਾ ਹੈਗਾ ਕੈਂਪੇਨ ਇੱਕ ਲੀਡਰਸ਼ਿਪ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇੱਕ ਲੀਡਰਸ਼ਿਪ ਦਾ ਮਤਲਬ ਹੁੰਦਾ ਹੈ ਕਿ ਕਦੀ ਵੀ ਸਰਕਾਰ ਜਿਹੜੀ ਹੈਗੀ ਹੈ ਉਹ ਹਮੇਸ਼ਾ ਅਲੱਗ-ਅਲੱਗ ਲੀਡਰਸ ਤੋਂ ਬਣਦੀ ਹੈ। ਲੋਕਾਂ ਦੀ ਚੋਇਸ ਇੱਕ ਲੀਡਰਸ਼ਿਪ ਪਾਰਟੀ ਨਾਲ ਕਿਸੇ ਨੇ ਕੋਈ ਲੈਣਾ ਦੇਣਾ ਨਹੀਂ ਹੈਗਾ। ਲੋਕਾਂ ਨੂੰ ਚੰਗਾ ਲੀਡਰ ਚਾਹੀਦਾ ਹੈ। ਅਗਰ ਆਪਣਾ ਕਹਿੰਦੇ ਕਿ ਘਰ ਨੂੰ ਸਾਫ਼ ਸੁਥਰਾ ਰੱਖ ਲਓ ਅਤੇ ਸਾਰੇ ਬੰਦੇ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖ ਲੈਣ, ਸਮਾਜ ਸਾਫ਼ ਸੁਥਰਾ ਆਟੋਮੈਟਿਕਲੀ ਹੋ ਜਾਊਗਾ। ਅਤੇ ਸੇਮ ਇਸੇ ਤਰੀਕੇ ਲੋਕ ਕੀ ਕਰਦੇ ਹੈ ਕਿ ਜੋ ਕਿ ਚਾਹੁੰਦੇ ਆ ਪਾਰਟੀ ਦੀ ਬ੍ਰਾਂਡਿੰਗ ਨੂੰ ਦੇਖਦੇ ਆ ਕਿ ਕਿਹੜੀ ਪਾਰਟੀ ਬਹੁਤ ਜ਼ਿਆਦਾ ਪੈਸਾ ਖਰਚ ਕਰ ਰਹੀ ਹੈ, ਬਹੁਤ ਜ਼ਿਆਦਾ ਬ੍ਰਾਂਡਿੰਗ ਕਰ ਰਹੀ ਹੈ, ਫਿਰ ਵੋਟ ਕਰਦੀ ਹੈ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਆਪਣੇ ਲੀਡਰ ਨੂੰ ਦੇਖੋ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ। 117 ਚੰਗੇ ਲੀਡਰ ਆ ਜਾਣ ਤਾਂ ਸਰਕਾਰ ਚੰਗੀ ਆਟੋਮੈਟਿਕਲੀ ਬਣ ਜਾਊਗੀ। ਧੰਨਵਾਦ ਜੀ, ਬਹੁਤ ਬਹੁਤ। ਤਾਂ ਇਹ ਸਨ ਮਿਧਾਂਸ਼ ਦੇ ਫੈਮਿਲੀ ਜਿਨ੍ਹਾਂ ਨਾਲ ਗੱਲਬਾਤ ਕੀਤੀ, ਮਿਧਾਂਸ਼ ਨਾਲ ਵੀ ਗੱਲਬਾਤ ਕੀਤੀ, ਤਾਂ ਸਾਫ਼ ਉਹਨਾਂ ਦਾ ਵੀ ਕਹਿ ਦੇਣਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਸੀਂ ਉਸ ਪਰਸਨ ਨੂੰ ਚੁਣੋ ਜੋ ਤੁਹਾਡੇ ਕੰਮ ਲਈ ਆਵੇ। ਉਹਨਾਂ ਵੱਲੋਂ ਇੱਕ ਸਰਵੇ ਵੀ ਕੀਤਾ ਜਾ ਰਿਹਾ ਹੈ, ਅਸੀਂ ਸਰਵੇ ਕਹਿ ਦਿੰਦੇ ਹਾਂ ਉਸ ਨੂੰ, ਤਾਂ ਉਸ ਦੇ ਵਿੱਚ ਵੀ ਉਹ ਕਿਸੇ ਪਾਰਟੀ ਦੇ ਨਾਲ ਰਿਲੇਟਡ ਸਰਵੇ ਨਹੀਂ ਹੈਗਾ, ਉਹ ਸਿਰਫ ਇਸ ਲਈ ਸਰਵੇ ਹੈਗਾ ਵਾ ਕਿ ਲੋਕ ਉਸ ਵਿਅਕਤੀ ਨੂੰ ਚੁਣਨ, ਉਸ ਪਾਰਟੀ ਨੂੰ ਚੁਣਨ ਜੋ ਉਹਨਾਂ ਦਾ ਆਉਣ ਵਾਲਾ ਭਲਾ ਦੇਖ ਸਕਦਾ ਹੈ। ਕੈਮਰਾਮੈਨ ਅਮਿਤ ਦੇ ਨਾਲ ਰਾਜੂ ਗੁਪਤਾ, ਹਮਦਰਦ TV, ਜਲੰਧਰ। ਉਮੀਦ ਦੀ ਆਖਰੀ ਕਿਰਨ ਤੇਜਸ ਸ਼ਾਸਤਰੀ ਆਪਣੀ ਹਰ ਸਮੱਸਿਆ ਦੇ ਸਮਾਧਾਨ ਲਈ 100% ਰਿਜ਼ਲਟ ਪਾਓ ਤੇ ਸੰਪਰਕ ਕਰੋ ਤੇਜਸ ਸ਼ਾਸਤਰੀ 98 159 44080 98764 74816।